ਸਤਿ ਸ਼੍ਰੀ ਅਕਾਲ ਜੀ and a very warm welcome to 7 Step. ਬੱਚੇ let's continue with our series on PYQs ਜੋ ਕਿ ਆਪਣੇ ਪੰਜਾਬ PCS ਮੇਨਸ ਪਿਛਲੇ 4 ਜਿਹੜੇ ਪੇਪਰ ਹੋਏ ਨੇ ਉਹਦੇ ਵਿੱਚ ਪੁੱਛੇ ਗਏ ਨੇ। ਹੁਣ ਤੱਕ ਆਪਾਂ ਪੰਜਾਬ ਜਿਹੜਾ ਪਾਰਟ ਹੈਗਾ ਆਫ GS 1 2 3 and 4 ਉਹਨਾਂ ਨੂੰ ਕਵਰ ਕਰ ਲਿਆ। ਅੱਜ ਦੀ ਕਲਾਸ ਦੇ ਵਿੱਚ ਵਿਲ ਬੀ ਕਵਰਿੰਗ ਅਪ ਦੀ PYQs ਆਫ ਇੰਟਰਨਲ ਸਿਕਿਉਰਿਟੀ। ਜੇ ਤੁਸੀਂ ਆਪਣੇ ਪ੍ਰੀਵੀਅਸ ਈਅਰ ਕੁਐਸਚਨਸ ਨੂੰ ਦੇਖੋਗੇ ਤਾਂ ਇੰਟਰਨਲ ਸਿਕਿਉਰਿਟੀ ਇਟ ਕੰਟਰੀਬਿਊਟਸ ਅ ਮੇਜਰ ਚੰਕ ਆਫ ਯਰ ਪੇਪਰ। ਠੀਕ ਹੈ ਨਾ, ਘੱਟੋ ਘੱਟ ਦੀ ਗੱਲ ਕਰ ਰਹੇ ਘੱਟੋ ਘੱਟ 60 ਨੰਬਰਾਂ ਦੀ ਇੰਟਰਨਲ ਸਿਕਿਉਰਿਟੀ ਤਾਂ ਆਉਂਦੀ ਹੀ ਹੈ। ਸੋ ਉਹਦੇ ਹਿਸਾਬ ਨਾਲ ਤੁਹਾਡੇ ਜਿਹੜੇ ਕੁਐਸਚਨਸ ਨੇ ਉਹ ਕੁਝ ਵਧੀਆ ਖਾਸੇ ਨੰਬਰ ਦੇ ਵਿੱਚ ਪੁੱਛੇ ਵੀ ਗਏ ਨੇ। ਠੀਕ ਹੈ ਜੀ, ਸੋ ਵਿਦਆਊਟ ਵੇਸਟਿੰਗ ਐਨੀ ਟਾਈਮ ਲੈਟਸ ਜਸਟ ਡਿਸਕਸ ਕਿ ਹਾਂਜੀ ਹੁਣ ਤੱਕ ਕਿਦਾਂ ਦੇ ਕੁਐਸਚਨਸ ਉਹਨਾਂ ਨੇ ਪੇਪਰ ਦੇ ਵਿੱਚ ਪੁੱਛਿਆ ਹੋਇਆ। ਠੀਕ ਹੈ ਨਾ, ਬਿਕੋਜ਼ ਜਦ ਤੱਕ ਆਪਾਂ ਨੂੰ ਪ੍ਰੀਵੀਅਸ ਈਅਰ ਕੁਐਸਚਨਸ ਨਹੀਂ ਪਤਾ ਹੋਣਗੇ ਯੂ ਵਿਲ ਨਾਟ ਗੈਟ ਐਨ ਆਈਡੀਆ ਕਿ ਹਾਂਜੀ ਤੁਹਾਡਾ ਕਮਿਸ਼ਨ ਤੁਹਾਡੇ ਤੋਂ ਕਿਸ ਲੈਵਲ ਤੱਕ ਦੇ ਕੁਐਸਚਨਸ ਐਕਸਪੈਕਟ ਕਰ ਰਿਹਾ। ਠੀਕ ਹੈ, ਚਲੋ ਸਟਾਰਟ ਕਰਦੇ ਹਾਂ ਆਪਣੇ ਕੁਐਸਚਨਸ। ਜੇ ਤੁਸੀਂ ਇਫ ਯੂ ਵਿਲ ਲੁੱਕ ਐਟ ਦ ਥੀਮਸ ਨਾ ਲਾਈਕ ਵਿਲ ਬੀ ਕਵਰਿੰਗ ਦ ਈਅਰ ਵਾਈਜ਼। ਠੀਕ ਹੈ, ਆਪਾਂ ਈਅਰ ਵਾਈਜ਼ ਕਵਰ ਕਰਾਂਗੇ। ਸੋ ਜੇ ਤੁਸੀਂ ਕੁਐਸਚਨ ਜੇ ਆਪਣੇ ਸਿਲੇਬਸ ਨੂੰ ਦੇਖੋਗੇ ਤਾਂ ਤੁਹਾਡੇ ਜਿਹੜੇ ਕੁਐਸਚਨਸ ਨੇ ਉਹ ਡਾਇਰੈਕਟਲੀ ਤੁਹਾਡੇ ਸਿਲੇਬਸ ਚੋਂ ਪੁੱਛੇ ਗਏ ਨੇ। ਸੋ ਇਦਾਂ ਨਹੀਂ ਕਿ ਹਾਂਜੀ ਸਿਲੇਬਸ ਚ देयर इज एनी क्वेश्चन हेयर जो कि ਤੁਹਾਡੇ ਸਿਲੇਬਸ ਤੋਂ ਬਾਹਰ ਹੈ। ਆਪਾਂ ਲਾਈਕ ਵੀ ਡੋंट ਜਸਟ ਗੋ ਬਾय ਵਰਡ ਬਿਕੋਜ਼ ਅਗਰ ਕੁਝ ਰੀਸੈਂਟਲੀ ਕੁਝ ਕਰੰਟ ਚ ਹੋ ਰਿਹਾ ਹੈ ਐਂਡ ਉਹ ਤੁਹਾਡੇ ਸਿਲੇਬਸ ਨਾਲ ਐਸੋਸੀਏਟਡ ਹੈ ਤਾਂ ਡੈਫੀਨਿਟਲੀ ਦੇ ਆਰ ਗੋਇੰਗ ਟੂ ਆਸਕ ਯੂ। ਠੀਕ ਹੈ ਨਾ, ਫॉर एग्जांपल ਡਾਰਕ ਵੈਬ ਦੇ ਉੱਪਰ ਜੇ ਕੁਐਸਚਨ ਆਵੇ ਤਾਂ ਤੁਸੀਂ ਉਹਨੂੰ ਆਊਟ ਆਫ ਸਿਲੇਬਸ ਨਹੀਂ ਕਹਿ ਸਕਦੇ, ਉਹ ਤੁਹਾਡੇ ਸਿਲੇਬਸ ਦੇ ਵਿੱਚੋਂ ਹੀ ਹੈ। ਏਸਿਮੈਟ੍ਰਿਕ ਵਾਰਫੇਅਰ, ਠੀਕ ਹੈ ਨਾ, ਉਹ दैट इज अ पार्ट ऑफ दैट ओनली। ठीक है ना, सो कितने ना कितने टू अ ग्रेटर एक्सटेंट एंड ठीक है ना, सो जो ਤੁਹਾਡੇ ਆਪਣੇ ਪੇਪਰ ਚ ਕੁਐਸਚਨਸ ਪੁੱਛੇ ਗਏ ਨੇ ਉਹ ਪ੍ਰੀਵੀਅਸ ਈਅਰ ਕੁਐਸਚਨਸ ਤੋਂ ਹੀ ਆਪਣੇ ਸਿਲੇਬਸ ਦੇ ਨਾਲ ਐਸੋਸੀਏਟਡ ਹੀ ਨੇ। ठीक है, सो जो पहला क्वेश्चन है, थ्रो लाइट ऑन द रोल प्लेड बाय द एक्सटर्नल स्टेट एंड नॉन स्टेट एक्टर्स इन थ्रेटनिंग नेशनल सिक्योरिटी। ਹੁਣ ਜਦੋਂ ਵੀ ਤੁਸੀਂ ਆਪਣੇ ਇੰਟਰਨਲ ਸਿਕਿਉਰਿਟੀ ਨੂੰ ਪੜ੍ਹਦੇ ਹੋ ਤੁਸੀਂ ਹਮੇਸ਼ਾ ਐਕਸਟਰਨਲ ਐਂਡ ਇੰਟਰਨਲ ਐਕਟਰਸ ਦੀ ਗੱਲ ਕਰਦੇ ਹੋ। ਹੁਣ ਇਹਨਾਂ ਨੇ ਇਕੱਲੇ ਐਕਸਟਰਨਲ ਨੂੰ ਪੁੱਛੇ, ਐਕਸਟਰਨਲ ਦੇ ਵਿੱਚ ਵੀ ਦੋ ਐਕਟਰਸ ਆ ਜਾਂਦੇ ਨੇ, ਐਕਸਟਰਨਲ ਸਟੇਟ ਐਂਡ ਐਕਸਟਰਨਲ ਨॉन ਸਟੇਟ। ਐਕਸਟਰਨਲ ਸਟੇਟ ਦੇ ਵਿੱਚ ਜਦੋਂ ਆਪਾਂ ਸਟੇਟ ਸਪਾਂਸਰਡ ਥ੍ਰੈਟਸ ਦੀ ਗੱਲ ਕਰਦੇ ਹਾਂ ਉਹ ਤੁਹਾਡੇ ਐਕਸਟਰਨਲ ਸਟੇਟ ਚ ਆਉਣਗੇ। ਜਿਹੜੇ ਸਟੇਟ ਸਪਾਂਸਰਡ ਨਹੀਂ ਹੈਗੇ ਠੀਕ ਹੈ ਨਾ ਉਹ ਤੁਹਾਡੇ ਦੇ ਵਿਲ ਡੈਫੀਨਿਟਲੀ ਕਮ ਅੰਡਰ ਦੀ ਨॉन ਸਟੇਟ ਐਕਟਰਸ। ਠੀਕ ਹੈ ਨਾ, ਸੋ ਆਈ ਹੋਪ ਹੁਣ ਤੱਕ ਕਿਉਂਕਿ ਆਪਾਂ ਕਾਫੀ ਕੁਐਸਚਨ ਡਿਸਕਸ ਕੀਤੇ ਨੇ ਯੂ ਨੋ ਅਬਾਊਟ ਦੀ ਸਟਰਕਚਰ ਆਫ ਯਰ ਆਂਸਰ। ਯੂ ਵਿਲ ਬੀ ਰਾਈਟਿੰਗ ਐਨ ਇੰਟਰੋਡਕਸ਼ਨ ਦੈਨ ਦ ਬੋਡੀ ਐਂਡ ਦ ਕਨਕਲੂਜਨ। ਓਕੇ, ਸੋ ਜਿਹੜੇ ਤੁਹਾਡੇ ਐਕਸਟਰਨਲ ਸਟੇਟ ਐਂਡ ਨॉन ਸਟੇਟ ਐਕਟਰਸ ਦੀ ਆਪਾਂ ਗੱਲ ਕਰ ਰਹੇ ਹਾਂ ਠੀਕ ਹੈ ਨਾ, ਸੋ ਡੈਫੀਨੇਟਲੀ ਬੋਥ ਦੋਨਾਂ ਦਾ ਹੀ ਮਿਕਸਚਰ ਇੱਕ ਬਹੁਤ ਹੀ ਵਿਵਿਧ ਤੇ ਇੱਕ ਥ੍ਰੈਟ ਪ੍ਰੈਜ਼ੈਂਟ ਕਰਦਾ ਆਪਣੀ ਕੰਟਰੀ ਦੀ ਨੈਸ਼ਨਲ ਸਿਕਿਉਰਿਟੀ ਦੇ ਵਿੱਚ। ਜੇ ਆਪਾਂ ਐਕਸਟਰਨਲ ਸਟੇਟ ਐਕਟਰਸ ਦੀ ਗੱਲ ਕਰਦੇ ਹਾਂ ਠੀਕ ਹੈ ਜੀ, ਸੋ ਦੇ ਰਿਪਰੈਜ਼ੈਂਟ ਸੋਵਰਨ ਨੇਸ਼ਨਸ। ਹੁਣ ਇੱਥੇ ਨੇਸ਼ਨਸ ਦੀ ਗੱਲ ਆਉਂਦੀ ਹੈ ਠੀਕ ਹੈ, ਜਿਹਦੇ ਵਿੱਚ ਸਭ ਤੋਂ ਪਹਿਲਾ ਐਗਜ਼ਾਮਪਲ ਆਪਾਂ ਜਿਹੜਾ ਪੁਆਇੰਟ ਲਵਾਂਗੇ ਦੈਟ ਇਜ਼ ਸਟੇਟ ਸਪਾਂਸਰਡ ਟੈਰਰਿਜ਼ਮ। ਆਪਣੇ ਕੋਲ ਇੱਥੇ ਐਗਜ਼ਾਮਪਲ ਹੈਗੇ ਕਿ ਜੈਸ਼ ਏ ਮੁਹੰਮਦ ਹੋ ਗਿਆ, ਲਸ਼ਕਰ ਤੈयबा ਹੋ ਗਿਆ, ਇਹਨਾਂ ਨੂੰ ਡਾਇਰੈਕਟ they are getting support of a sovereign country। ठीक है ना, so they definitely come under the external state actors। ठीक है ना, ਤੇ ਤੁਹਾਡੇ ਕੋਲ ਆਪਾਂ ਦੇਖਿਆ ਵੀ ਕਿ ਜਿਹੜੇ ਆਪਣੇ ਇੰਡੀਆ 'ਚ ਮੇਜਰ ਅਟੈਕਸ ਹੋਏ ਨੇ, ਚਾਹੇ ਉਹ ਤੁਹਾਡਾ ਪੁਲਵਾਮਾ ਅਟੈਕ ਹੋਗਾ, ਚਾਹੇ ਤੁਹਾਡਾ ਮੁੰਬਈ ਜਿਹੜਾ ਤਾਜ ਅਟੈਕ ਸੀਗਾ ਠੀਕ ਹੈ ਨਾ, ਸੋ ਦੇ ਹੈਵ ਬਿਨ ਉਹ ਤੁਹਾਡੇ ਸਟੇਟ ਐਕਟਰਸ ਥਰੂ ਹੋਏ ਨੇ। ਠੀਕ ਹੈ ਨਾ, ਆਲਸੋ ਫਾਰਮਰ ਜਿਹੜੇ ਪਾਕਿਸਤਾਨੀ ਪ੍ਰੈਜ਼ੀਡੈਂਟ ਪਰਵੇਜ਼ ਮੁਸ਼ਰਫ ਉਹਨਾਂ ਨੇ ਐਡਮਿਟ ਵੀ ਕੀਤੇ ਕਿ ਹਾਂਜੀ ਉਹਨਾਂ ਦੀ ਕੰਟਰੀ ਹੈਜ਼ ਬਿਨ ਟ੍ਰੇਨਿੰਗ ਦੀ ਦ ਟੈਰਰਿਸਟ ਇਨ ਆਰਕੈਸਟ੍ਰੇਟਿੰਗ ਦੇ ਅਟੈਕਸ ਅਗੇਂਸਟ ਇੰਡੀਆ। ਸੋ ਇਹ ਬਹੁਤ ਵੱਡੀ ਲਾਈਨ ਹੈ ਜੋ ਤੁਸੀਂ ਆਪਣੇ ਆਨਸਰ ਦੇ ਵਿੱਚ ਕੋਟ ਕਰ ਸਕਦੇ ਹੋ। ਬਿਕੋਜ਼ ਜਦੋਂ ਆਪਾਂ ਕਹਿੰਦੇ ਕਿ ਆਪਾਂ ਨੂੰ ਆਪਣੇ ਆਨਸਰ ਲਈ ਕੇਸ ਸਟੱਡੀ ਚਾਹੀਦੀ ਹੁੰਦੀ, ਇਹ ਉਹੀ ਕੇਸ ਸਟੱਡੀ ਹੈ। ਠੀਕ ਹੈ ਨਾ, ਵੈਨ ਅ ਫਾਰਮਰ ਪ੍ਰੈਜ਼ੀਡੈਂਟ ਆਫ ਅ ਕੰਟਰੀ ਇਜ਼ ਐਡਮਿਟਿੰਗ ਕਿ ਹਾਂਜੀ ਉਹਨਾਂ ਦੀ ਕੰਟਰੀ ਨੇ ਕਾਫੀ ਸਾਲਾਂ ਤੋਂ ਇੰਡੀਆ ਦੇ ਅਗੇਂਸਟ ਟ੍ਰੇਨਰ ਨਾ ਟੈਰਰਿਸਟ ਨੂੰ ਟ੍ਰੇਨ ਕੀਤਾ ਹੋਇਆ, ਉਹ ਐਕਸਟਰਨਲ ਸਟੇਟ ਐਕਟਰਸ ਦੇ ਅੰਡਰ ਹੀ ਆਊਗਾ। ਠੀਕ ਹੈ ਜੀ, ਦੈਨ ਦ ਸਾਈਬਰ ਵਾਰਫੇਅਰ ਐਂਡ ਐਸਪਾਇਨੇਜ। ਹੁਣ ਸਾਈਬਰ ਵਾਰਫੇਅਰ ਜਨਰਲੀ ਵੀ ਸੀ ਕਿ ਹਾਂਜੀ ਇਹ ਨॉन ਸਟੇਟ ਐਕਟਰਸ ਹੈ, ਨੋ ਸਟੇਟ ਐਕਟਰਸ ਵੀ ਇਹਦੇ ਵਿੱਚ ਆਉਂਦੇ ਜਦੋਂ ਇੱਕ ਪਾਰਟਿਕੂਲਰ ਕੰਟਰੀ ਦੀ ਗਵਰਨਮੈਂਟ ਹੀ ਦੂਸਰੀ ਕੰਟਰੀ ਦੇ ਅੱਗੇ ਸਾਈਬਰ ਅਟੈਕਸ ਕੰਡਕਟ ਕਰਵਾਉਂਦੀ ਹੈ। ਠੀਕ ਹੈ ਨਾ, ਸੋ that will come under the state actors। ठीक है ना, for example 2023 ਦੇ ਵਿੱਚ Chinese state actors were linked to attempts against the Indian defense networks। so ਇਹ state actors ਆ ਜਾਣਗੇ ਠੀਕ ਹੈ, ਸਾਈਬਰ ਅਟੈਕ ਦੇ ਵਿੱਚ ਵੀ। ਠੀਕ ਹੈ, then support for insurgents we know ਕਿ ਹਾਂਜੀ ਵਾਇਆ ਨਾਰਥ ਈਸਟ ਆਪਣੀ ਕੰਟਰੀ ਦੇ ਵਿੱਚ ਚਾਈਨਾ ਦੇ ਰੂਟ ਥਰੂ ਕਿਵੇਂ ਇੰਸਰਜੈਂਸੀ ਪ੍ਰਮੋਟ ਕੀਤੀ ਜਾ ਰਹੀ ਹੈ, ਚਾਹੇ ਉਹ ਨਾਰਥ ਈਸਟ ਦੀ ਜਿਹੜੀ ਨਾਰਥ ਈਸਟ ਦੇ ਵਿੱਚ ਇਸ਼ੂਜ਼ ਹੈ ਠੀਕ ਹੈ ਨਾ ਉਹ ਆ ਗਏ, ਚਾਹੇ ਥੋੜਾ ਲੈਫਟ ਵਿੰਗ ਐਕਸਟ੍ਰੀਮਿਜ਼ਮ ਨੂੰ ਵੀ ਪ੍ਰਮੋਟ ਕੀਤਾ ਜਾ ਰਿਹਾ ਥਰੂ ਚਾਈਨੀਜ਼ ਐਕਟਰਸ। ਠੀਕ ਹੈ ਨਾ, so that is also their support for insurgencies both for northeast as well as for left wing extremism। then information warfare ਜਦੋਂ ਸੋਸ਼ਲ ਮੀਡੀਆ ਦੇ ਥਰੂ ਇਨਫੋਰਮੇਸ਼ਨ ਵਾਰਫੇਅਰ ਸਪਰੈਡ ਕੀਤੀ ਜਾਂਦੀ ਹੈ, ਅਨਰੈਸਟ ਕ੍ਰੀਏਟ ਕੀਤਾ ਜਾਂਦਾ ਹੈ ਬਾय ਦੀ ਸਟੇਟ ਐਕਟਰਸ ਓਨਲੀ। ਠੀਕ ਹੈ ਨਾ, ਇੱਥੇ ਕੋਈ ਵੀ ਨॉन ਸਟੇਟ ਐਕਟਰਸ ਦੀ ਗੱਲ ਨਹੀਂ ਹੋ ਰਹੀ, ਸੋ that will also come under the ਇਨਫੋਰਮੇਸ਼ਨ ਵਾਰਫੇਅਰ। ਹੁਣ ਨॉन ਸਟੇਟ ਐਕਟਰਸ ਦੀ ਗੱਲ ਕਰਦੇ ਹਾਂ, then we have got the transnational terrorism। ਤੁਹਾਡੇ ਕੋਲ ਅਲ ਕਾਇਦਾ ਹੋ ਗਿਆ, ਉਹ ਕਿਸੇ ਇੱਕ ਦੇਸ਼ 'ਚ ਨਹੀਂ ਨਾ ਹੈਗਾ, ਮਲਟੀਪਲ ਉਹ ਰੀਜਨ 'ਚ ਹੈ, ਉਹਦੇ ਵਿੱਚ 4 ਦੇਸ਼ ਨੇ, 5 ਦੇਸ਼ ਨੇ, 2 ਦੇਸ਼ ਨੇ, ਸਾਰਾ ਕੁਝ ਇਨਕਲੂਡਡ ਹੈ। then ISIS does not belong to one single country।
ठीक है ना. सो दैट इज अ ट्रांसनेशनल, दैट इज अ नॉन, दैट्स एन एक्सटर्नल बट नॉन स्टेट एक्टर, कोई सिंगल कंट्री नहीं इन्वॉल्व है. ठीक है ना. देन ऑर्गेनाइज्ड क्राइम एंड नार्को टेररिज्म. ठीक है ना. गोल्डन क्रिसेंट, गोल्डन ट्रायंगल, नॉट जस्ट वन कंट्री इज इन्वॉल्व, दैट इज द रीजन जिथे वो चीज प्रोड्यूस हो रही है. ओके. then cyber crime again ਆਪਾਂ state actors ਦੀ ਗੱਲ ਕੀਤੀ ਸੀ. non state ਜਿਹੜੇ hackers ਹੁੰਦੇ ਨੇ ਉਹ ਥੋੜੇ non state actors ਦੇ ਵਿੱਚ ਆਉਣਗੇ. ਠੀਕ ਹੈ ਨਾ. so then exploitation of divisions. ਠੀਕ ਹੈ ਨਾ. for example ਆਪਾਂ ਦੇਖੀਏ ਕਿ ਹਾਂਜੀ ਜਿਹੜੀ extremist non state actors ਨੇ ਉਹ ਕੰਟਰੀ ਦੇ ਵਿੱਚ communist divisions ਨੂੰ, regionalist divisions ਨੂੰ exploit ਕਰਦੇ ਨੇ to create unrest in the country. ਠੀਕ ਹੈ ਨਾ. so these are some of the examples which can be quoted when such type of questions are asked in your exam. okay. so next question है ना, ये सारे बच्चे ਜਿਹੜੇ क्वेश्चंस ने 2014 ਚ ਪੁੱਛੇ ਗਏ ਨੇ. ਠੀਕ ਹੈ ਨਾ. 2014 ਹੋ ਗਿਆ, 2000 ਵਿਲ ਸੇ 2015 ਹੋ ਗਿਆ. ਠੀਕ ਹੈ ਨਾ. ਇਹਨਾਂ ਦੋ ਜਿਹੜੇ ਪੇਪਰ ਸੀਗੇ ਉਹਨਾਂ ਦੇ ਵਿੱਚ ਮੈਕਸਿਮਮ ਕੁਐਸਚਨਸ ਪੁੱਛੇ ਗਏ ਸੀਗੇ, 7-7 8-8 ਕੁਐਸਚਨਸ ਪੁੱਛੇ ਗਏ ਸੀਗੇ. ਆਫਟਰ ਦੈਟ 18 ਵਾਲੇ ਤੇ 21 ਵਾਲੇ ਦੇ ਵਿੱਚ 5-5 ਕੁਐਸਚਨਸ ਪੁੱਛੇ ਗਏ ਨੇ. ਸੋ ਆਪਾਂ ਦੇਖੀਏ ਥੋੜਾ ਜਿਹਾ ਜਿਹੜਾ ਨੰਬਰ ਹੈ ਲਾਸਟ ਜਿਹੜੇ 2 ਮੇਨਸ ਹੋਏ ਨੇ ਉਹਨਾਂ ਵਿੱਚ ਥੋੜਾ ਜਿਹਾ ਘਟਿਆ ਹੈ. ਠੀਕ ਹੈ ਨਾ. ਪਰ ਉਸ ਤੋਂ ਪਹਿਲਾਂ ਵਾਲੇ ਚ ਕਾਫੀ ਗੁੱਡ ਨੰਬਰ ਆਫ ਕੁਐਸਚਨਸ ਵਰ ਆਸਕਡ ਫਰਮ ਇੰਟਰਨਲ ਸਿਕਿਉਰਿਟੀ. So, as Iraq burns, world feels the heat. Examine the implication of this media headline for security in India and its immediate neighborhood. ठीक है ना. So, एक media ਦੇ ਵਿੱਚ headline आई सी कि as Iraq burns, ठीक है ना, the world feels the heat. ਉਹਦਾ ਹੁਣ ਇੰਡੀਆ ਦੇ ਉੱਪਰ ਕੀ ਇੰਪੈਕਟ ਹੈ, ਇਹ media headline ਸੀ, ਇਹ ਤੋਂ ਇੰਡੀਆ ਦੇ ਉੱਪਰ ਇਹਦਾ ਇੰਪੈਕਟ ਪੁੱਛਿਆ ਗਿਆ. ਠੀਕ ਹੈ ਨਾ. ਇੰਡੀਆ ਐਸ ਵੈਲ ਐਸ ਉਹਦਾ ਇਮੀਡੀਏਟ ਨੇਬਰਹੁਡ. ਠੀਕ ਹੈ ਨਾ. ਆਪਣਾ ਇਮੀਡੀਏਟ ਨੇਬਰਹੁਡ. ਠੀਕ ਹੈ ਨਾ. ਸੋ ਉਹਦਾ ਪੁੱਛਿਆ ਗਿਆ ਸੀਗਾ. ਸੋ what could be included in this? ਠੀਕ ਹੈ. सब तो पहले तो implications की ने सब नंबर 1 the foremost implication is going to be the energy security. ठीक है ना. सो एनर्जी सिक्योरिटी होगा एंड इकोनॉमिक स्ट्रेन. ठीक है ना. सो एनर्जी ਤੁਹਾਨੂੰ ਪਤਾ ਇੰਡੀਆ ਇਜ਼ ਐਨ એનર્ਜੀ ਡੈਫਿਸਿਟ ਕੰਟਰੀ ਐਂਡ ਆਪਾਂ ਆਪਣਾ ਮੋਸਟਲੀ ਟੂ ਗ੍ਰੇਟਰ ਐਕਸਟੈਂਟ ਜਿਹੜਾ ਆਪਣੇ એનર્ਜੀ ਆਪਣੇ ਰਿਸੋਰਸਸ ਨੇ ਉਸ એનર્ਜੀ ਸੋਰਸਸ ਨੇ ਉਹ ਆਪਾਂ ਮਿਡਲ ਈਸਟ ਤੋਂ ਲੈਂਦੇ ਆ. ਠੀਕ ਹੈ ਨਾ. ਐਂਡ ਉਹਦੇ ਵਿੱਚ ਇਰਾਕ ਹੈਜ਼ ਬੀਨ ਵਨ ਆਫ ਦ ਲਾਰਜੈਸਟ ਸਪਲਾਇਰ ਆਫ ਕਰੂਡ ਆਇਲ, ਜਿਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਹਾਂਜੀ 2023-24 ਦੇ ਫਾਈਨੈਂਸ਼ੀਅਲ ਈਅਰ ਫਿਸਕਲ ਈਅਰ ਦੇ ਵਿੱਚ 21% ਆਪਣਾ ਜਿਹੜਾ ਕਰੂਡ ਆਇਲ ਉਹ ਇਰਾਕ ਤੋਂ ਆਉਂਦਾ ਹੈ. ਸੋ ਜੇ ਇਰਾਕ ਦੇ ਵਿੱਚ ਕੋਈ ਵੀ ਇਨਸਟੇਬਿਲਿਟੀ ਆਉਂਦੀ ਹੈ ਤਾਂ ਆਪਣੀ ਕੰਟਰੀ ਦੇ ਵਿੱਚ એનર્ਜੀ ਸਿਕਿਉਰਿਟੀ ਵਿਲ ਬੀ ਥ੍ਰੈਟਨਡ. ਓਕੇ. ਸੋ ਦੈਟ ਕਮਸ ਹੇਅਰ. ਐਂਡ ਐਗਜ਼ਾਮਪਲ ਆਪਾਂ ਦੇਖੀਏ ਕਿ ਹਾਂਜੀ ਜਦੋਂ 1991 ਦੇ ਵਿੱਚ ਗਲਫ ਕ੍ਰਾਈਸਿਸ ਹੋਈ ਸੀਗੀ, ਉਸ ਤੋਂ ਬਾਅਦ ਚੋਂ 1991 ਦੇ ਵਿੱਚ ਗਲਫ ਕ੍ਰਾਈਸਿਸ, ਉਸ ਤੋਂ ਬਾਅਦ ਚੋਂ ਇੰਡੀਆ ਵਾਸ to a greater extent ਆਪਣੀ ਕੰਟਰੀ ਦੇ ਵਿੱਚ ਇਕਨੋਮਿਕ ਕ੍ਰਾਈਸਿਸ ਆਏ ਸੀਗੇ. ਠੀਕ ਹੈ ਨਾ. ਸੋ ਦੈਨ ਵੀ ਵੈਂਟ ਔਨ ਟੂ ਦ LPG ਰਿਫਾਰਮਸ. ਨਾਟ ਦਿਸ ਵਾਸ ਗਲਫ ਕ੍ਰਾਈਸਿਸ ਇੱਕ ਇਕਲੌਤਾ ਫੈਕਟਰ ਨਹੀਂ ਸੀਗਾ, that there were multiple factors but ਗਲਫ ਕ੍ਰਾਈਸਿਸ that was a major factor, ਕਿਉਂਕਿ ਜੋ ਤੇਲ ਮਹਿੰਗਾ ਹੋ ਗਿਆ ਤੁਹਾਡਾ ਆਪਣੀ ਪੂਰੀ ਕੰਟਰੀ ਦੀ ਇਕਨੋਮੀ ਹਿਲ ਜਾਂਦੀ ਹੈ. ਠੀਕ ਹੈ. that was a major factor. ਠੀਕ ਹੈ. ਸੋ ਇੱਥੇ ਤੁਸੀਂ ਉਹਦਾ ਐਗਜ਼ਾਮਪਲ ਵੀ ਦੇ ਸਕਦੇ ਹੋ. ਠੀਕ ਹੈ ਨਾ. then safety of Indian diaspora and remittance. ਠੀਕ ਹੈ ਨਾ. India is the major receiver of remittance from the foreign countries. ਠੀਕ ਹੈ ਨਾ. ਸੋ ਆਪਣੇ ਬਹੁਤ ਡਾਇਸਪੋਰਾ ਬਹੁਤ ਜ਼ਿਆਦਾ, ਮਿਡਲ ਈਸਟ ਬਹੁਤ ਹੈ. ਠੀਕ ਹੈ. ਸਭ ਤੋਂ ਪਹਿਲਾਂ ਤਾਂ ਆਪਣੇ ਜਿਹੜੇ ਉਹਨਾਂ ਦੇ ਫੋਰਮੋਸਟ ਉਹਨਾਂ ਦੀ ਸੇਫਟੀ ਵਾਜ਼ ਐਟ ਰਿਸਕ. that is definitely a risk. ਜੇ ਉੱਥੇ ਇਰਾਕ ਦੇ ਵਿੱਚ ਕੋਈ ਵੀ ਇਸ਼ੂ ਆਉਂਦਾ ਹੈ ਸੇਫਟੀ ਰਿਗਾਰਡਿੰਗ, ਕੋਈ ਵਾਇਲੈਂਸ ਹੁੰਦੀ ਹੈ, ਕੋਈ ਅਨਰੈਸਟ ਹੁੰਦੀ ਹੈ, ਕੋਈ ਸਿਵਲ ਵਾਰ ਹੁੰਦੀ ਹੈ, ਉਹਨਾਂ ਦਾ ਇਸ਼ੂ. ਐਂਡ ਦੈਨ ਸੈਕੰਡਲੀ ਜਦੋਂ ਇਸ਼ੂ ਹੁੰਦਾ, ਜਦੋਂ ਵਾਰ ਹੁੰਦੀ ਹੈ, ਕੋਈ ਅਨਰੈਸਟ ਹੁੰਦੀ ਹੈ, ਤਾਂ ਡੈਫੀਨੇਟਲੀ ਇੰਪਲੋਇਮੈਂਟ ਓਪਰਚੁਨਿਟੀਜ਼ ਡੈਫੀਨੇਟਲੀ ਇੰਪੈਕਟ ਹੁੰਦੀਆਂ ਨੇ. ਸੋ ਇੰਡੀਆ ਦੇ ਵਿੱਚ ਜਿਹੜੀ ਰਿਮਿਟੈਂਸ ਹੋਣੀ ਉਹ ਵੀ ਇੰਪੈਕਟ ਹੋਏਗੀ. ਓਕੇ. then counter terrorism and radicalization. ठीक है ना. क्योंकि ਜਿਹੜੀ ਇਹ ਕੰਟਰੀ ਹੁਣ ਇਰਾਕ ਦੀ ਆਪਾਂ ਗੱਲ ਕਰਦੇ ਹਾਂ, that is an Islamic country, a radicalist Islamic country. ਠੀਕ ਹੈ ਨਾ. ਸੋ ਜਦੋਂ ਵੀ radicalist Islamic country ਦੇ ਵਿੱਚ ਕੋਈ ਅਨਰੈਸਟ ਹੁੰਦੀ ਹੈ ਤਾਂ possibility of spread of radicalization to the neighboring countries ਉਹ ਬਹੁਤ ਵੱਧ ਜਾਂਦੀ ਹੈ. ਤਾਂ ਆਪਣੀ ਇੰਟਰਨਲ, ਆਪਣੀ ਜਿਹੜੀ ਐਕਸਟਰਨਲ, ਆਪਣੀ ਜਿਹੜੀ ਇੰਟਰਨਲ ਸਿਕਿਉਰਿਟੀ ਸਿੱਧੀ ਇੰਪੈਕਟ ਹੁੰਦੀ ਹੈ. ਠੀਕ ਹੈ ਨਾ. ਬਿਕੋਜ਼ ਆਪਣੀ ਕੰਟਰੀ ਦੇ ਬਹੁਤ ਸਾਰੇ ਇਹੋ ਜਿਹੇ ਸਟੇਟਸ ਨੇ ਜੋ ਕਿ ਰੈਡੀਕਲਾਈਜੇਸ਼ਨ ਨਾਲ ਇੰਪੈਕਟਡ ਨੇ. ਠੀਕ ਹੈ ਨਾ. ਜੰਮੂ ਕਸ਼ਮੀਰ ਹੋ ਗਿਆ, ਆਪਣਾ ਬਾਰਡਰ ਬਹੁਤ ਲੰਬਾ ਬਾਰਡਰ ਹੈ ਪਾਕਿਸਤਾਨ ਦੇ ਨਾਲ, ਜੇ ਆਪਾਂ ਗੱਲ ਕਰਦੇ ਹਾਂ ਤਾਂ ਸਿੱਧਾ ਇੰਪੈਕਟ ਹੁੰਦਾ ਹੈ. ਠੀਕ ਹੈ. ਜਦੋਂ ਜੇ ਆਪਣੇ ਮਿਡਲ ਈਸਟ ਕੋਈ ਵੀ ਇਹੋ ਜਿਹਾ ਕੋਈ ਵੀ ਇਸ਼ੂ ਪ੍ਰੋਪ ਅਪ ਹੁੰਦਾ ਹੈ. ਓਕੇ. ਐਂਡ ਜੇ ਆਪਾਂ ਨੇਬਰਹੁਡ ਦੀ ਗੱਲ ਕਰਦੇ ਹਾਂ ਤਾਂ ਨੇਬਰਹੁਡ ਦੇ ਵਿੱਚ ਜਿਵੇਂ ਆਪਣੀ ਰੈਡੀਕਲਾਈਜੇਸ਼ਨ ਹੋਈ, ਆਪਣੀ ਇੰਸਟੇਬਿਲਿਟੀ ਆਏਗੀ ਤਾਂ ਆਪਣੇ ਪੂਰੇ ਦੇ ਪੂਰੇ ਉਸ ਰੀਜਨ 'ਚ ਵੀ ਆਏਗੀ. ਸੋ ਜੇ ਇਰਾਕ ਹੋ ਰਿਹਾ, ਇੰਪੈਕਟ ਹੋ ਰਿਹਾ, ਤਾਂ ਵੀ ਕੈਨ ਨਾਟ ਸੇ ਕਿ ਹਾਂਜੀ ਈਰਾਨ ਨਹੀਂ ਹੋਊਗਾ ਜਾਂ ਅਫਗਾਨਿਸਤਾਨ ਨਹੀਂ ਹੋਊਗਾ. ਠੀਕ ਹੈ ਨਾ. ਪਾਕਿਸਤਾਨ ਨਹੀਂ ਹੋਊਗਾ. ਆਪਣੇ ਪੂਰੇ ਦੇ ਪੂਰੇ ਰੀਜਨ ਦੇ ਵਿੱਚ ਇੱਕ ਇੰਸਟੇਬਿਲਿਟੀ ਆਏਗੀ. ਰੀਜਨ 'ਚ ਇੰਸਟੇਬਿਲਿਟੀ ਆਏਗੀ ਤਾਂ ਡੈਫੀਨੇਟਲੀ ਜਿਹੜੀਆਂ ਆਇਲ ਕ੍ਰਾਈਸਿਸ ਨੇ ਉਹ ਹੋਰ ਵਧਣਗੇ. ਠੀਕ ਹੈ ਨਾ. ਸੋ that is definitely going to be there. and economic vulnerability, ਇਹ ਦੋਨੋਂ ਹੀ ਇਹਦੇ ਵਿੱਚ ਆਉਂਦੇ ਨੇ. ਠੀਕ ਹੈ ਜੀ. and definitely you are going to conclude your answer. Next, after 26/11 the entire gamut of coastal security and its management needs rethinking. Comment 26/11 ਤੋਂ ਬਾਅਦ ਚ ਜਿਹੜਾ ਪੂਰਾ ਦਾ ਪੂਰਾ ਫਰੇਮਵਰਕ ਹੈ ਨਾ ਆਪਣੇ ਕੋਸਟਲ ਸਿਕਿਉਰਿਟੀ ਦਾ ਐਂਡ ਉਹਦੀ ਮੈਨੇਜਮੈਂਟ, ਇਟ ਨੀਡਸ ਅ ਰੀਥਿੰਕਿੰਗ. ਕਮੈਂਟ.
ਠੀਕ ਹੈ ਨਾ। ਸੋ ਉਹਨੂੰ ਪੂਰਾ ਦਾ ਪੂਰਾ ਉਹਦੇ ਬਾਰੇ ਦੁਬਾਰਾ ਸੋਚਣ ਦੀ ਲੋੜ ਹੈ, ਉਹਦੇ ਉੱਪਰ ਕਮੈਂਟ ਕਰਨ ਨੂੰ ਕਿਹਾ, ਠੀਕ ਹੈ ਨਾ। ਸੋ ਇਹਦੇ ਵਿੱਚ ਤੁਸੀਂ ਕੀ ਲਿਖੋਗੇ, ਸੋ ਜਦੋਂ ਵੀ ਬੱਚੇ ਆਪਣਾ ਆਨਸਰ ਲਿਖਣਾ, ਆਪਾਂ ਨੂੰ ਪਤਾ ਕਿ ਆਪਾਂ ਨੂੰ ਆਪਣਾ ਆਨਸਰ ਲਿਖਣ ਲਈ ਨਾ ਵੱਧ ਤੋਂ ਵੱਧ 7-8 ਮਿੰਟ ਹੀ ਮਿਲਨੇ ਨੇ। ਸੋ ਜੇ ਤੁਸੀਂ ਇੱਕ ਪੂਰਾ, ਕਿਉਂਕਿ ਹੌਰੀਜ਼ੌਂਟਲ ਸ਼ੀਟ ਹੁੰਦੀ ਹੈ ਨਾ ਆਪਣੀ, ਐਦਾਂ ਤੁਹਾਡੀ ਸ਼ੀਟ ਹੁੰਦੀ ਹੈ। ਸੋ ਜੇ ਤੁਸੀਂ ਪੂਰੀ ਇੱਕ ਸ਼ੀਟ ਭਰਨੀ ਹੈ, ਤੁਹਾਨੂੰ ਘੱਟੋ ਘੱਟ ਉਸ ਸ਼ੀਟ ਨੂੰ ਭਰਨ ਲਈ 5 ਤੋਂ 6 ਮਿੰਟ ਲੱਗ ਜਾਣੇ ਨੇ, ਐਂਡ ਪੂਰਾ ਆਨਸਰ ਲਿਖਣ ਲਈ ਆਪਾਂ ਨੂੰ 1 ਮਿੰਟ 7 ਜਾਂ 8 ਮਿੰਟ ਮਿਲਣਗੇ। ਤਾਂ ਓਵਰਆਲ ਜੇ ਆਪਾਂ ਲੌਜੀਕਲੀ ਦੇਖੋਗੇ ਤਾਂ ਤੁਹਾਨੂੰ ਸਟਰਕਚਰ ਕਰਨ ਲਈ ਨਾ ਆਨਸਰ ਨੂੰ 1 ਮਿੰਟ ਹੀ ਮਿਲੂਗਾ। ਸੋ ਤੁਸੀਂ 1 ਮਿੰਟ ਦੇ ਵਿੱਚ ਸੋਚਣਾ ਕਿ ਅੱਛਾ ਮੇਰੇ ਤੋਂ ਇਹ ਕੁਐਸਚਨ ਪੁੱਛਿਆ ਕਿ ਮੈਂ ਲਿਖਣਾ ਕੀ ਹੈ, ਠੀਕ ਹੈ ਨਾ। ਸਭ ਤੋਂ ਪਹਿਲਾਂ ਰੀਥਿੰਕਿੰਗ ਦਾ ਮਤਲਬ ਹੈ ਕਿ ਸਭ ਤੋਂ ਪਹਿਲਾਂ ਉਹਦੇ ਗੈਪਸ ਲੱਭੋਗੇ ਕਿ ਹਾਂਜੀ ਕਿਉਂ ਰੀਥਿੰਕਿੰਗ ਕਰਨੀ ਪਈ, ਠੀਕ ਹੈ ਨਾ। ਪਹਿਲਾਂ ਤਾਂ ਗੈਪਸ ਲੱਭੋਗੇ ਨਾ ਕਿ ਹਾਂ 26/11 ਹੋਇਆ ਹੀ ਕਿਉਂ ਹੈ, ਕਿ ਆਪਾਂ ਨੂੰ ਕੋਸਟਲ ਜਿਹੜੀ ਸਿਕਿਉਰਿਟੀ ਦੇ ਪੂਰੇ ਫਰੇਮਵਰਕ ਨੂੰ ਦੁਬਾਰਾ ਸੋਚਣ ਦੀ ਲੋੜ ਪੈ ਗਈ ਹੈ। ਸੋ ਪਹਿਲਾਂ ਗੈਪਸ ਲਿਖਾਂਗੇ, ਫਿਰ ਰੀਥਿੰਕਿੰਗ ਕਰਕੇ ਕੀ ਚੇਂਜ ਕਰਨਾ ਹੈ, ਕੀ ਚੇਂਜ ਕੀਤਾ ਹੈ ਉਹ ਲਿਖਣਾ ਆਪਾਂ, ਠੀਕ ਹੈ। ਦਿਸ ਇਜ਼ ਹਾਊ ਯੂ ਆਰ ਗੋਇੰਗ ਟੂ ਸਟਰਕਚਰ ਯਰ ਆਂਸਰ, ਓਕੇ, ਠੀਕ ਹੈ ਨਾ। ਸੋ ਸਭ ਤੋਂ ਪਹਿਲੀ ਗੱਲ ਤਾਂ ਹੈ ਕਿ ਹਾਂਜੀ ਕਰਨਾ ਹੀ ਕਿਉਂ ਹੈ, ਕਿਉਂਕਿ ਗੈਪਸ ਐਕਸਪੋਜ਼ਡ ਹੋ ਗਏ। ਕਿਹੜੇ ਗੈਪ ਸੀਗੇ, ਪੋਰਸ ਬਾਰਡਰ ਸੀਗੇ। ਜਿਹੜੇ ਅਟੈਕਰ ਸੀ ਉਹਨਾਂ ਨੇ ਆਪਣੀ ਕੋਸਟ ਲਾਈਨ ਦਾ ਫਾਇਦਾ ਚੱਕਿਆ, ਠੀਕ ਹੈ ਨਾ। ਸੋ ਦੇ ਬਾਈਪਾਸਡ ਕੋਸਟਲ ਡਿਫੈਂਸਿਸ, ਕਿਉਂਕਿ ਉਸ ਟਾਈਮ ਤੇ ਆਪਣੇ ਕੋਸਟਲ ਡਿਫੈਂਸਿਸ ਇੰਨੇ ਸਟਰੋਂਗ ਨਹੀਂ ਸੀਗੇ, ਉਹਨਾਂ ਨੇ ਉਸੇ ਹੀ ਲੂਪ ਹੋਲ ਦਾ ਫਾਇਦਾ ਚੱਕਿਆ, ਠੀਕ ਹੈ ਨਾ। ਦੈਨ ਲੈਕ ਆਫ ਕੋਆਰਡੀਨੇਸ਼ਨ, ਮਲਟੀਪਲ ਏਜੰਸੀਜ਼ ਨੇ, ਕੋਸਟ ਗਾਰਡਸ ਨੇ, ਨੇਵੀ ਹੈ, ਠੀਕ ਹੈ ਜੀ, ਐਂਡ ਦੈਨ ਵੀ ਹੈਵ ਗॉट ਕੋਈ ਮਰੀਨ ਪੁਲਿਸ ਹੈ। ਸੋ ਮਲਟੀਪਲ ਏਜੰਸੀਜ਼ ਨੇ, ਸੋ ਨਾ ਬਲੇਮ ਸ਼ਿਫਟਿੰਗ ਵੀ ਹੋ ਜਾਂਦੀ ਹੁੰਦੀ ਹੈ ਆਪਣੀ, ਕਿ ਹਾਂਜੀ ਮੇਰੀ ਤੁਹਾਡੇ ਤਾਂ ਇਹ ਉਹਦੇ ਵਿੱਚ ਹੀ ਨਹੀਂ ਆਉਂਦਾ ਹੈਗਾ, ਜੁਰਿਸਡਿਕਸ਼ਨ ਚ ਹੀ ਨਹੀਂ ਆਉਂਦੀ ਹੈਗੀ। ਸੋ ਡੈਫੀਨੇਟਲੀ ਜਦ ਕੋਆਰਡੀਨੇਸ਼ਨ ਨਹੀਂ ਹੈਗੀ ਹੈ ਤਾਂ ਫਿਰ ਲੈਕ ਉਹਦੇ ਦੈਟ ਇਜ਼ ਦ ਮੇਜਰ ਫੈਕਟਰ। ਐਂਡ ਇੰਟੈਲੀਜੈਂਸ ਫੇਲਿਅਰ, ਠੀਕ ਹੈ ਨਾ। ਰੀਅਲ ਟਾਈਮ ਇੰਟੈਲੀਜੈਂਸ ਆਪਾਂ ਨੂੰ ਮਿਲ ਗਈ ਸੀ ਕਿ ਹਾਂਜੀ ਉੱਥੋਂ ਦੇ ਫਿਸ਼ਰਮੈਨ ਨੇ ਦੱਸਿਆ ਸੀ ਕਿ ਹਾਂਜੀ ਉਹਨਾਂ ਨੂੰ ਕੁਝ ਸਸਪੀਸ਼ੀਅਸ ਐਕਟੀਵਿਟੀ ਦਿਖ ਰਹੀ ਹੈ ਇਨ ਦ ਵਾਟਰ, ਬਟ ਜਦ ਉਹ ਇਨਫੋਰਮੇਸ਼ਨ ਨੂੰ ਐਕਚੁਅਲੀ ਤੁਸੀਂ ਇੱਕ ਸਟਰਕਚਰਡ ਵੇ ਦੇ ਵਿੱਚ ਲਾ ਕੇ ਉਹਦੇ ਉੱਪਰ ਐਕਸ਼ਨ ਨਹੀਂ ਲਿਆ ਗਿਆ, that was a major loophole। ਹਾਂਜੀ ਕਿਉਂਕਿ ਤੁਹਾਨੂੰ ਰੀਅਲ ਟਾਈਮ ਇੰਟੈਲੀਜੈਂਸ ਮਿਲ ਰਹੀ ਹੈ ਕਿ that something wrong is taking place in the waters, in the Indian coastal waters, but still ਉਹਦੇ ਉੱਪਰ ਐਕਸ਼ਨ ਨਹੀਂ ਲਿਆ ਗਿਆ ਟਾਈਮਲੀ, ਜਿਹਦੇ ਕਰਕੇ ਦੇਖਿਆ ਹੈ ਕਿ ਹਾਂਜੀ ਕਿਵੇਂ ਇੰਡੀਆ suffered from that vulnerability of the coastal ecosystem of our country, okay। ਸੋ ਹੁਣ ਰਿਫਾਰਮਸ ਦੀ, ਕਿਉਂਕਿ ਰੀਥਿੰਕਿੰਗ ਹੋਈ ਹੈ ਤਾਂ ਰੀਥਿੰਕਿੰਗ ਹੋ ਕੇ ਹੋਇਆ ਕੀ, ਹੁਣ ਆਪਾਂ ਉਹ ਲਿਖਣਾ ਹੈ, ਠੀਕ ਹੈ ਨਾ। ਪਹਿਲੀ ਗੱਲ ਤਾਂ ਯੂਨੀਫਾਈਡ ਕਮਾਂਡ, ਉਹ ਡਿਵੈਲਪ ਕੀਤਾ ਗਿਆ, ਠੀਕ ਹੈ ਨਾ। ਸੋ ਨੇਵੀ ਡੈਜ਼ਿਗਨੇਟ ਕੀਤੀ ਗਈ ਹੈ ਐਜ਼ ਦੀ ਮੇਨ ਅਥਾਰਟੀ ਰਿਸਪੌਂਸਿਬਲ ਫॉर ਓਵਰਆਲ ਮੈਰੀਟਾਈਮ ਸਿਕਿਉਰਿਟੀ, ਜਿਹਦੇ ਵਿੱਚ ਇੰਡੀਅਨ ਕੋਸਟ ਗਾਰਡ ਤੇ ਮਰੀਨ ਪੁਲਿਸ ਨੂੰ ਵੀ ਇਨਕਲੂਡ ਕੀਤਾ ਗਿਆ, ਤਾਂ ਕਿ ਜਿਹੜਾ ਆਪਣਾ ਕੋਆਰਡੀਨੇਸ਼ਨ ਗੈਪ ਸੀਗਾ ਆਪਾਂ ਉਹਨੂੰ ਕਵਰ ਕੀਤਾ, ਠੀਕ ਹੈ ਨਾ। ਦੈਨ 3 ਟੀਅਰ ਸਿਕਿਉਰਿਟੀ ਗ੍ਰਿਡ ਬਣਾਇਆ ਗਿਆ ਕਿ ਹਾਂਜੀ ਜੇ 12 ਨੌਟੀਕਲ ਮਾਈਲਸ, ਠੀਕ ਹੈ, ਜਿਹੜੇ ਆਪਣੇ ਟੈਰੀਟੋਰੀਅਲ ਵਾਟਰ ਜੇ ਆਪਾਂ ਕਹਿੰਦੇ ਹੋ ਨਾ ਕਿ ਹਾਂਜੀ ਇੰਟਰਨਲ ਹੈ, ਉਹਦੇ ਲਈ ਕੌਣ ਰਿਸਪੌਂਸਿਬਲ ਹੋਊਗਾ। ਐਕਸਕਲੂਸਿਵ ਇਕਨੋਮਿਕ ਜ਼ੋਨਸ ਹੈ 200 ਨੌਟੀਕਲ ਮਾਈਲਸ ਹੈ, ਤਾਂ ਉੱਥੇ ਕਿਹਨੇ ਦੇਖਣਾ ਹੈ, ਐਂਡ ਉਹ ਤੋਂ ਬਿਯੋਂਡ ਜੇ ਕੁਝ ਵੀ ਸਮਥਿੰਗ ਰੋਂਗ ਇਜ਼ ਟੇਕਿੰਗ ਪਲੇਸ ਉੱਥੇ ਕੌਣ ਦੇਖੂਗਾ, ਠੀਕ ਹੈ ਨਾ। ਸੋ ਮਰੀਨ ਪੁਲਿਸ ਇਨ ਦੀ ਟੈਰੀਟੋਰੀਅਲ ਵਾਟਰ ਸਟਿਲ 12 ਨੌਟੀਕਲ ਮਾਈਲਸ ਤੱਕ ਕੁਝ ਵੀ ਹੋ ਰਿਹਾ ਤਾਂ ਮਰੀਨ ਪੁਲਿਸ ਦੇਖੇਗੀ, ਇੱਥੇ ਕੋਸਟ ਗਾਰਡ ਨਹੀਂ ਇੰਟਰਫੇਅਰ ਕਰੇਗੀ, ਨੇਵੀ ਨਹੀਂ ਕਰੇਗੀ। ਬਿਯੋਂਡ 12 ਨੌਟੀਕਲ ਮਾਈਲਸ ਇਟ ਇਜ਼ ਦ ਇੰਡੀਅਨ ਕੋਸਟ ਗਾਰਡ, ਬਿਯੋਂਡ 200 ਨੌਟੀਕਲ ਮਾਈਲਸ ਇਟ ਇਜ਼ ਦ ਇੰਡੀਅਨ ਨੇਵੀ। ਸੋ ਇਹਨੂੰ ਪ੍ਰੋਪਰਲੀ ਸਟਰਕਚਰ ਕੀਤਾ ਗਿਆ, ਇੱਕ ਸਿਕਿਉਰ 3 ਟੀਅਰ ਗ੍ਰਿਡ ਬਣਾਇਆ ਗਿਆ, ਠੀਕ ਹੈ ਨਾ, ਤਾਂ ਕਿ ਕੋਈ ਵੀ ਲੈਪਸਿਸ ਨਾ ਹੋਣ। एनहांस सर्वेलेंस एंड टेक्नोलॉजी, ਹੁਣ ਇੱਥੇ ਟੈਕਨੋਲੋਜੀ ਨੂੰ ਯੂਜ਼ ਕੀਤਾ ਗਿਆ ਹੈ, ਕੋਸਟਲ ਰਡਾਰ ਜਿਹੜੇ ਸਿਸਟਮਸ ਨੇ ਉਹਨਾਂ ਨੂੰ ਯੂਜ਼ ਕੀਤਾ ਜਾ ਰਿਹਾ ਹੈ, ਠੀਕ ਹੈ ਜੀ। ਐਂਡ ਇੱਕ ਇਨਫੋਰਮੇਸ਼ਨ ਮੈਨੇਜਮੈਂਟ ਐਂਡ ਐਨਾਲਿਸਿਸ ਸੈਂਟਰ ਬਣਾਇਆ ਗਿਆ, ਠੀਕ ਹੈ ਨਾ। ਦੈਨ ਵੀ ਹੈਵ ਦ ਇੰਪਰੂਵਡ ਕੋਆਰਡੀਨੇਸ਼ਨ ਆਲਸੋ, ਜਿਹਦੇ ਵਿੱਚ ਤੁਹਾਡੇ ਜੁਆਇੰਟ ਆਪਰੇਸ਼ਨ ਸੈਂਟਰਸ ਬਣਾਏ ਗਏ ਨੇ, ਠੀਕ ਹੈ ਜੀ। ਦੇ ਹੈਵ ਬੀਨ ਐਸਟੈਬਲਿਸ਼ਡ ਐਟ ਮੁੰਬਈ, ਵਿਸ਼ਾਖਾਪਟਨਮ, ਕੋਚੀ ਪੋਰਟ ਬਲੇਅਰ ਟੂ ਸਿਨਰਜੀ ਬਿਟਵੀਨ ਆਲ ਦ ਸਟੇਕ ਹੋਲਡਰਸ। ਬੱਚੇ ਹੁਣ ਇਹ ਜਿਹੜੇ ਫੈਕਟਸ ਨੇ ਨਾ ਇਹ ਤੁਹਾਡੇ ਕਰੰਟ ਅਫੇਅਰਸ ਤੋਂ ਆਏ ਨੇ, ਠੀਕ ਹੈ ਨਾ। ਸੋ ਜਦੋਂ ਆਪਾਂ ਆਪਣੀ ਇੰਟਰਨਲ ਸਿਕਿਉਰਿਟੀ ਦੀ ਜਾਂ ਫਿਰ ਫॉर दैट ਮੈਟਰ ਕੋਈ ਵੀ ਟੌਪਿਕ ਦੀ ਤਿਆਰੀ ਕਰਦੇ ਆ, ਸੋ ਤੁਸੀਂ ਜੋ ਸਿਲੇਬਸ ਦੇਖੋਗੇ, ਸਿਲੇਬਸ ਦੇ ਵਿੱਚ ਤੁਹਾਡੇ ਕੋਲ ਇੱਕ ਟੌਪਿਕ ਨੂੰ ਇੱਕ ਸਟਰਕਚਰਡ ਵੇ ਨਾਲ ਤੁਹਾਡਾ ਕੰਟੈਂਟ ਪ੍ਰਿਪੇਅਰ ਹੋਣਾ ਬਹੁਤ ਜ਼ਰੂਰੀ ਹੈ, ਤਾਂ ਹੀ ਫਿਰ ਤੁਸੀਂ ਇਹ ਆਪਣੇ ਆਨਸਰ ਦੇ ਵਿੱਚ ਇਹ ਸਾਰਾ ਕੁਝ ਲਿਖ ਸਕਦੇ ਹੋ, ਠੀਕ ਹੈ ਨਾ। ਜਦ ਤੱਕ ਆਪਣਾ ਕੁਆਲਿਟੀ ਆਪਣੇ ਕੋਲ ਕੰਟੈਂਟ ਹੀ ਨਹੀਂ ਹੈਗਾ ਨਾ, ਫਿਰ ਵੀ ਵਿਲ ਨਾਟ ਥਿੰਕ ਕਿ ਆਪਾਂ ਇਹੋ ਜਿਹੇ ਪੁਆਇੰਟਸ ਆਪਣੇ ਆਨਸਰ 'ਚ ਲਿਖ ਦਾਂਗੇ, ਠੀਕ ਹੈ ਨਾ। ਸੋ ਵੀ ਨੀਡ ਅ ਪ੍ਰੋਪਰ ਕੰਟੈਂਟ ਫॉर योर ਸਬਜੈਕਟ ਆਲਸੋ, ਠੀਕ ਹੈ। Then we have got the joint cooperation centers, then national NIA ਦਾ ਬਹੁਤ ਵੱਡਾ ਰੋਲ ਹੈ, ਠੀਕ ਹੈ ਨਾ। it has been formed as a federal body to probe the terror cases across the states, ਠੀਕ ਹੈ ਨਾ। ਇੱਕ ਫੈਡਰਲ ਨੈਸ਼ਨਲ ਲੈਵਲ ਤੇ ਫੈਡਰਲ ਬੋਡੀ ਬਣਾਈ ਗਈ, ਕਿਉਂਕਿ ਕਿਤੇ ਵੀ ਹੋਏਗਾ ਉੱਥੇ NIA ਦੇਖੇਗਾ। ਹੁਣ ਰੀਸੈਂਟਲੀ ਆਪਾਂ ਦੇਖੇ ਕਿ ਹਾਂਜੀ ਆਪਣੇ ਉੱਥੇ ਪਹਿਲਗਾਮ ਅਟੈਕ ਹੋਇਆ, ਉੱਥੇ ਸਭ ਤੋਂ ਵੱਡਾ ਰੋਲ ਹੁਣ NIA ਦਾ ਆਇਆ, ਠੀਕ ਹੈ ਨਾ। ਸੋ ਵੈਰੀ ਰੀਸੈਂਟਲੀ ਕੱਲ ਪਰਸੋਂ ਦੀ ਨਿਊਜ਼ ਹੈ, ਉਹਨਾਂ ਨੇ ਚਾਰਜ ਸ਼ੀਟ ਫਾਈਲ ਕੀਤੀ ਹੈ, ਕਿਉਂਕਿ ਬਹੁਤ ਸਾਰੇ ਉਹਨਾਂ ਨੂੰ ਆਪਾਂ ਨੂੰ ਮਿਲੇ ਨੇ ਕਿ ਹਾਂਜੀ ਦੇ ਹੈਵ ਫਾਊਂਡ ਮਲਟੀਪਲ, ਉਹਨਾਂ ਨੂੰ ਬਹੁਤ ਸਾਰੇ ਨਾ ਪ੍ਰੂਫਸ ਮਿਲੇ ਨੇ ਕਿ ਹਾਂਜੀ ਕਿਵੇਂ ਇਹ ਜਿਹੜਾ ਕੇਸ ਸੀਗਾ ਇਹ ਕਿਵੇਂ ਆਰਕੈਸਟ੍ਰੇਟ ਕਿਵੇਂ ਕੀਤਾ ਗਿਆ। ਸੋ ਦੇ ਹੈਵ ਫਾਈਲਡ दैट ਚਾਰਜ ਸ਼ੀਟ। ਸੋ NIA ਦਾ ਹੁਣ ਬਹੁਤ ਵੱਡਾ ਰੋਲ ਇਹਦੇ ਵਿੱਚ ਪ੍ਰੈਜ਼ੈਂਟ ਕੀਤਾ ਗਿਆ। ਐਂਡ ਇੰਟੈਲੀਜੈਂਸ ਗ੍ਰਿਡ, ਨੈਟ ਗ੍ਰਿਡ ਦਾ, ਕਿ ਜਿੱਥੇ ਤੁਹਾਡੀ ਸਾਈਬਰ, ਜਿੱਥੇ ਤੁਹਾਡੀ ਇੰਟੈਲੀਜੈਂਸ ਏਜੰਸੀਜ਼ ਦੀ ਕੋਆਰਡੀਨੇਸ਼ਨ ਆਏਗੀ, ਬਿਕੋਜ਼ ਇੰਟੈਲੀਜੈਂਸ ਏਜੰਸੀਜ਼ ਦੀ ਕੋਆਰਡੀਨੇਸ਼ਨ ਨਾ ਹੋਣਾ ਇਜ਼ ਆਲਸੋ ਮੇਜਰ ਫੈਕਟਰ, ਠੀਕ ਹੈ।
एंड देन कम्युनिटी इंटीग्रेशन, बिकॉज जेडे लोग ने ना सो दे act as a better eyes and ears of our security forces, so ਉਹਨਾਂ ਨੂੰ ਇੰਟੀਗ੍ਰੇਟ ਕਰਨਾ ਬਹੁਤ ਜ਼ਰੂਰੀ ਹੈ। ਹੁਣ ਉਹ ਫਿਸ਼ਰਮੈਨ ਵਾਲਾ ਕੀ ਹੈ, ਉਹ ਕਮਿਊਨਿਟੀ ਪਾਰਟੀਸਿਪੇਸ਼ਨ ਦਾ ਇੱਕ ਤਾਂ ਬਹੁਤ ਵੱਡਾ ਐਗਜ਼ਾਮਪਲ ਹੈ ਤੁਹਾਡੇ ਕੋਲ, ਠੀਕ ਹੈ ਨਾ। ਸੋ ਦੈਟਸ ਆਲਸੋ ਐਂਡ ਦਿਸ, ਠੀਕ ਹੈ ਨਾ। ਸੋ ਇਟ ਹੈਜ਼ ਵਾਸਟਲੀ ਇੰਪਰੂਵਡ ਇੰਡੀਆਜ਼ ਕੋਸਟਲ ਡਿਫੈਂਸ, ਠੀਕ ਹੈ ਜੀ। ਐਂਡ ਅੱਗੇ ਜਿਵੇਂ ਜਿਵੇਂ ਆਪਾਂ ਇਹਨਾਂ ਦੀ ਇੰਪਲੀਮੈਂਟੇਸ਼ਨ ਨੂੰ ਹੋਰ ਇੰਪਰੂਵ ਕਰਦੇ ਰਹਾਂਗੇ, ਉਵੇਂ ਉਵੇਂ ਆਪਣੀ ਕੰਟਰੀ ਦੇ ਜਿਹੜਾ ਸਿਕਿਉਰਿਟੀ ਫਰੇਮਵਰਕ ਹੈ ਹੋਰ ਜ਼ਿਆਦਾ ਸਟਰੋਂਗ ਹੁੰਦਾ ਜਾਊਗਾ, ਠੀਕ ਹੈ। ਦੈਨ comprehensive cyber security policy is the need of the hour, elucidate, ठीक है ना। सो हुण इत्थे तुसीं अपनी साइबर सिक्योरिटी पॉलिसी के उपर गल करनी कि हाँ जी इज द नीड ऑफ द आर, मतलब ओहदी नीड क्यों पई है, ठीक है ना। एंड जिहड़ी साइबर सिक्योरिटी पॉलिसी है ओहदे विच की होना जरूरी है, यही है ना पहली गल। तो क्यों क्यों होवे पॉलिसी, साइबर सिक्योरिटी पॉलिसी चाहिए क्यों आपां नूं, फिर जो हुण आपां नीड आपां देख ले कि हाँ जी अपने इशूज है जिन्हां नूं कवर अप करने लई आपां नूं साइबर सिक्योरिटी पॉलिसी चाहिए है, बिकॉज वी नीड अ फ्रेमवर्क जिहदे अंडर ही फिर इनिशिएटिव्स लए जांदे ने, ओहदे विच की होना चाहिए, ठीक है ना। सो दिस इज अ प्योरली बच्चे हुण इहदी पॉलिसी दे लई तां तुहानूं प्रॉपर तुहानूं पॉलिसी बारे पता होना चाहिए कि हाँ जी आपां नूं की ओहदे विच एलीमेंट्स ऐड करने ने, ठीक है ना। सो पहली गल तां ਜਿਹੜਾ ਆਪਣਾ क्रिटिकल इंफ्रास्ट्रक्चर है, चाहे बैंकिंग हो गया, एनर्जी सैक्टर हो गया, डिफेंस हो गया, हेल्थ सैक्टर हो गया, दैट इज वेरी हाईली वल्नरेबल, ठीक है ना। ਆਪਾਂ ਦੇਖਿਆ कि हाँ जी ਜਿਹੜਾ एम्स है ਉਹਦੇ ਉੱਪਰ ਅਟੈਕ ਹੋਇਆ ਸੀਗਾ, ਰੈਂਸਮਵੇਅਰ ਅਟੈਕ ਹੋਇਆ ਸੀਗਾ, ਠੀਕ ਹੈ ਜੀ। ਫਿਰ ਆਪਣੇ ਪਾਵਰ ਸੈਕਟਰ ਦੇ ਉੱਪਰ 2020 ਦੇ ਵਿੱਚ ਚਾਈਨੀਜ਼ ਸਟੇਟ ਲਿੰਕਡ ਅਟੈਕ ਹੋਇਆ ਸੀਗਾ। ਸੋ ਆਪਣੇ ਨਿਊਕਲੀਅਰ ਸੈਕਟਰ ਇਜ਼ ਹਾਈਲੀ ਵਲਨरेबल, ठीक है ना। सो क्योंकि अपने वल्नरेबल सैक्टर्स अपनी कंट्री ਦੀ ਇਕਨੋਮੀ ਦੀ ਗਰੋਥ ਲਈ ਬਹੁਤ ਇੰਪੋਰਟੈਂਟ ਨੇ, ठीक है ना। ਉਹ ਬਹੁਤ ਸੈਕਟਰਸ ਦੇ ਬਹੁਤ ਇੰਪੋਰਟੈਂਟ ਨੇ। ਸੋ ਉਹਨਾਂ ਦੀ ਸੇਫਟੀ ਲਈ, ਉਹਨਾਂ ਦੀ ਸਿਕਿਉਰਿਟੀ ਲਈ ਆਪਾਂ ਨੂੰ ਇੱਕ ਵੀ ਨੀਡ ਅ ਕੰਪਰੀਹੈਂਸਿਵ ਸਾਈਬਰ ਸਿਕਿਉਰਿਟੀ, ਠੀਕ ਹੈ ਨਾ। ਦੈਨ ਇਕਨੋਮਿਕ ਇੰਪੈਕਟ, ਬਿਕੋਜ਼ ਜਦੋਂ ਇੱਕ ਇਕਨੋਮਿਕ ਇੰਪੈਕਟ ਉਹਦੇ ਨਾਲ ਐਸੋਸੀਏਟਡ ਹੁੰਦਾ, ਠੀਕ ਹੈ ਜੀ। ਸਾਈਬਰ ਜਿਹੜੇ ਕ੍ਰਾਈਮਸ ਨੇ ਉਹਨਾਂ ਦੀ ਕਾਸਟ ਪ੍ਰੋਜੈਕਟ ਕੀਤੀ ਗਈ ਕਿ ਹਾਂਜੀ ਉਹ 10.5 ਟ੍ਰਿਲੀਅਨ ਡਾਲਰ ਜਾਂਦਾ ਐਨੂਅਲੀ, ਠੀਕ ਹੈ ਨਾ। ਸੋ ਇਕਨੋਮਿਕ ਕਾਸਟ ਬਹੁਤ ਜ਼ਿਆਦਾ ਹੁੰਦੀ ਹੈ ਜੇ ਕੋਈ ਵੀ ਸਾਈਬਰ ਅਟੈਕ ਹੋ ਜਾਂਦਾ ਹੈ, ਠੀਕ ਹੈ ਨਾ। ਹੁਣੇ ਰੀਸੈਂਟਲੀ ਦੇਖਿਆ ਸੀਗਾ ਲੈਂਡ ਰੋਵਰ ਦੇ ਉੱਪਰ ਸਾਈਬਰ ਅਟੈਕ ਹੋਇਆ ਸੀਗਾ। ਸੋ ਉਹਨਾਂ ਨੇ ਬਹੁਤ ਜ਼ਿਆਦਾ ਇਕਨੋਮਿਕਲ ਬਹੁਤ ਜ਼ਿਆਦਾ ਕਾਸਟ ਪਈ ਸੀ ਇਸ ਚੀਜ਼ ਦੀ, ਠੀਕ ਹੈ ਨਾ। ਸੋ ਆਪਾਂ ਇੱਥੇ ਐਗਜ਼ਾਮਪਲ ਦੇ ਸਕਦੇ ਹਾਂ। ਹੁਣ ਤੁਸੀਂ ਉਸ ਚੀਜ਼ ਦਾ ਇੱਥੇ ਐਗਜ਼ਾਮਪਲ ਕੋਟ ਵੀ ਕਰ ਸਕਦੇ ਹੋ। ਤੁਹਾਨੂੰ ਕੋਈ ਪੁਰਾਣਾ ਨਹੀਂ ਨਾ ਪਤਾ ਹੈਗਾ, ਤੁਸੀਂ ਨਿਊਜ਼ਪੇਪਰ ਪੜ੍ਹਦੇ ਜਾ ਰਹੇ ਹੋ ਤਾਂ ਯੂ ਕੈਨ ਕੋਟ ਅ ਵੈਰੀ ਰੀਸੈਂਟ ਐਗਜ਼ਾਮਪਲਸ ਆਲਸੋ ਇਨ ਯੋਰ ਆਨਸਰਸ, ਠੀਕ ਹੈ। ਦੈਨ ਨੈਸ਼ਨਲ ਸਿਕਿਉਰਿਟੀ ਥ੍ਰੈਟ ਹੈਗਾ, ਕਿਉਂਕਿ ਆਪਾਂ ਦੇਖੀਏ ਕਿ ਹਾਂਜੀ ਰੀਸੈਂਟਲੀ ਜਦ ਆਪਾਂ ਆ ਵੀ ਦੇਖਾਂਗੇ ਨਾ ਡਿਊਰਿੰਗ ਦਿਸ ਪਹਿਲਗਾਮ ਅਟੈਕ ਆਲਸੋ, ਠੀਕ ਹੈ ਨਾ। ਸੋ ਜਿਹੜੇ ਉਹ ਸੀਗੇ ਜਿਨ੍ਹਾਂ ਨੂੰ ਹੁਣੀ ਰੀਸੈਂਟਲੀ ਆਫਟਰ ਦੀ ਪਹਿਲਗਾਮ ਅਟੈਕ, ਠੀਕ ਹੈ ਨਾ, ਥੋੜੇ ਜਿਹੇ ਆਪਣੇ ਇਨਕਾਊਂਟਰ ਆਪਰੇਸ਼ਨਸ ਚੱਲੇ ਸੀਗੇ, ਕੁਝ ਟੈਰਰਿਸਟ ਮਾਰੇ ਵੀ ਗਏ ਨੇ। ਉਹਨਾਂ ਕੋਲੋਂ ਕੀ ਦੇਖਿਆ ਕਿ ਉਹਨਾਂ ਕੋਲ ਸੈਟਲਾਈਟ ਫੋਨ ਸੀਗੇ। ਸੋ ਇੱਥੇ ਕੀ ਹੈ, ਇੱਥੇ ਨੈਸ਼ਨਲ ਸਿਕਿਉਰਿਟੀ ਦਾ ਥ੍ਰੈਟ ਆ ਜਾਂਦਾ ਤੇ ਸਾਈਬਰ ਸਿਕਿਉਰਿਟੀ ਇੱਥੇ ਆ ਜਾਂਦੀ ਹੈ। ਸੋ ਉਹ ਡੈਫੀਨਿਟਲੀ that is a very bigger part of this picture, okay। And then protecting the data of the citizens, ठीक है ना। citizen ਦਾ data protect ਕਰਨਾ is equally important, okay, ठीक है ना। and also ਹੁਣ ਤਾਂ recently ਆਪਾਂ ਦੇਖਿਆ ਕਿ ਹਾਂ ਜਿਹੜੇ digital arrest ਆ ਰਹੀ ਹੈ, there was a case ਇੱਕ ਅੰਬਾਲੇ ਦੇ senior citizens ਦੇ ਵਿੱਚ they had lost 1.5 CR into a digital arrest case, ਜਿਹਦੇ ਕਰਕੇ ਫਿਰ ਸੁਪਰੀਮ ਕੋਰਟ ਨੇ ਸੂਓ ਮੋਟੋ ਇਹਦੇ ਉੱਪਰ ਐਕਸ਼ਨ ਲੈਣ ਦੀ ਗੱਲ ਕੀਤੀ ਹੈ। ਉਹਨਾਂ ਨੇ ਸੂਓ ਮੋਟੋ ਇਹਦੀ ਕੋਗਨੀਸੈਂਸ ਲਈ ਹੈ ਐਂਡ ਹਾਂਜੀ ਇਟ ਹੈਜ਼ ਡਾਇਰੈਕਟਡ ਦੀ ਏਜੰਸੀਜ਼ ਕਿ ਹਾਂਜੀ ਹੁਣ ਇਹਦੇ ਉੱਪਰ ਯੂ ਨੀਡ ਟੂ ਟੇਕ ਐਨ ਐਕਸ਼ਨ ਔਨ ਦਿਸ ਡਿਜੀਟਲ ਅਰੈਸਟ ਵਾਲਾ ਇਸ਼ੂ ਹੈ ਸਾਰਾ। ਸੋ ਦਿਸ ਇਜ਼ ਵਾਟ ਕਿ ਹਾਂਜੀ ਸਿਟੀਜ਼ਨਸ ਨੂੰ ਪ੍ਰੋਟੈਕਟ ਕਰਨਾ ਬਹੁਤ इंपॉर्टेंट है फ्रॉम द साइबर दैट और वॉरफेयर, ठीक है ना। सो की कंपोनेंट की है, पहली गल तो क्रिटिकल इन्फॉर्मेशन इंफ्रास्ट्रक्चर प्रोटेक्शन, ਜਿਹੜੇ ਆਪਣੇ इंफ्रास्ट्रक्चर है ਉਹਨਾਂ ਨੂੰ ਪ੍ਰੋਟੈਕਟ ਕਰਨਾ ਇਜ਼ ਵੈਰੀ ਇੰਪੋਰਟੈਂਟ। ਜਿੱਦਾਂ ਆਪਣੇ ਪਾਵਰ ਗ੍ਰਿਡ ਹੋ ਜਾਂਦੇ ਨੇ, ਫਾਈਨੈਂਸ਼ੀਅਲ ਸਿਸਟਮਸ ਹੋ ਜਾਂਦੇ ਨੇ। ਫਿਰ ਇੰਟਰਏਜੈਂਸੀ ਕੋਆਰਡੀਨੇਸ਼ਨ, ਠੀਕ ਹੈ, ਜਿਹਦੇ ਵਿੱਚ CERT ਹੈਗਾ ਜਿਹੜਾ ਆਪਣਾ, ਦੈਨ ਇਨ ਡਿਫੈਂਸ ਸਾਈਬਰ ਏਜੰਸੀ ਆ ਗਈ ਹੈ, ਮਲਟੀਪਲ ਨੈਟ ਗ੍ਰਿਡ ਹੋ ਗਿਆ। ਇਹਨਾਂ ਸਾਰਿਆਂ ਨੂੰ ਇੰਟੀਗ੍ਰੇਟ ਕਰਨਾ ਬਹੁਤ ਇੰਪੋਰਟੈਂਟ ਆ ਜਾਊਗਾ। ਫਿਰ ਕਪੈਸਿਟੀ ਬਿਲਡਅਪ, ਜਿਹੜੀ ਆਪਣੀ ਵਰਕ ਫੋਰਸ ਹੈ, ਜਿਹੜੇ ਆਪਣੀ ਟੀਮ ਹੈ ਪੂਰੀ, ਉਹਨਾਂ ਨੂੰ ਟ੍ਰੇਨ ਕਰਨਾ ਪ੍ਰਾਇਮਰਲੀ ਇਨ ਦੀ ਸਾਈਬਰ एरिना, ਉਹ that is equally important। and legal framework and deterrence, ਜਦ ਤੱਕ law ਨਹੀਂ ਬਣਿਆ ਹੋਊਗਾ ਤੁਸੀਂ ਇਹਨੂੰ ਕਿਸ law ਦੇ ਅੰਡਰ ਅਰੈਸਟ ਕਰੋਗੇ, ਕਿਸ law ਦੇ ਅੰਡਰ ਉਹਦਾ ਟ੍ਰਾਇਲ ਹੋਊਗਾ, ਠੀਕ ਹੈ ਨਾ। ਸੋ law ਦਾ ਬਣਨਾ ਸਭ ਤੋਂ ਪਹਿਲਾਂ ਤਾਂ law ਬਣੂਗਾ, ਠੀਕ ਹੈ ਨਾ, ਫਿਰ ਹੀ ਅੱਗੇ ਕੁਝ ਹੋਇਆ ਕੀਤਾ ਜਾਊਗਾ। ਸੋ ਲੀਗਲ ਫਰੇਮਵਰਕ ਬਣਾਉਣਾ ਇਜ਼ ਵੈਰੀ ਇੰਪੋਰਟੈਂਟ। ਉਦਾਂ ਦਾ ਲੀਗਲ ਫਰੇਮਵਰਕ ਜਿਹਦਾ ਕੋਈ ਲੂਪ ਹੋਲ ਨਾ ਹੋਵੇ, ਠੀਕ ਹੈ ਨਾ, ਬਿਕੋਜ਼ ਜਨਰਲੀ ਲੂਪ ਹੋਲਸ ਕਰਕੇ ਜਿਹੜੇ ਕ੍ਰਿਮੀਨਲਸ ਨੇ ਬਚ ਜਾਂਦੇ ਨੇ, ਠੀਕ ਹੈ। And then in conclusion, so this a comprehensive cyber security policy is not just a regulatory formality but a critical necessity apni to issue to ensure कि जेड़ा अपनी country दा nation दी जेड़ी resilience है against sophisticated digital threats ਨੂੰ ਆਪਾਂ tackle ਕਰ ਸਕੀਏ, ठीक है। Now next question है, name the biggest paramilitary force in the country, ਉਹਦਾ mandate ਕੀ ਹੈ and discuss its special features। the biggest paramilitary force our country ਉਹ ਕਿਸ ਮੈਂ ਆਬਜੈਕਟਿਵ ਰਾਹੀਂ ਉਹ ਬਣਾਈ ਗਈ ਹੈ, ਦੇ ਅੰਡਰ ਬਣਾਈ ਗਈ ਹੈ ਐਂਡ ਉਹਦੇ ਫੀਚਰਸ ਦੱਸੋ ਕੀ ਹੈ। ਹਾਂਜੀ ਆਪਾਂ ਨੂੰ ਸਾਰਿਆਂ ਨੂੰ ਪਤਾ ਸਭ ਤੋਂ ਵੱਡੀ ਪੈਰਾਮਿਲਟਰੀ ਫੋਰਸਿਸ ਕਿਹੜੀ ਹੈ ਆਪਣੀ, ਸੋ ਦੈਟ ਇਜ਼ CRPF,
ठीक है ना। सो दैट इज द बिगेस्ट पैरामिलिटरी फोर्स ऑफ आवर कंट्री। ਉਹਦਾ ਮੈਂਡੇਟ ਕੀ ਹੈ ਕਿ ਹਾਂਜੀ ਆਪਣੀ ਕੰਟਰੀ ਦੇ ਵਿੱਚ ਲਾਅ ਐਂਡ ਆਰਡਰ ਬਣਾਉਣਾ ਉਹਨੇ, ਠੀਕ ਹੈ ਜੀ। ਐਂਡ ਸੈਕੰਡਲੀ ਕਾਊਂਟਰ ਇੰਸਰਜੈਂਸੀ ਆਪਰੇਸ਼ਨ ਅੰਡਰਟੇਕ ਕਰਨੇ ਨੇ। ਕਿਹੜੀ ਮਿਨਿਸਟਰੀ ਅੰਦਰ? ਮਿਨਿਸਟਰੀ ਆਫ ਹੋਮ ਅਫੇਅਰਸ ਦੇ ਅੰਡਰ ਉਹ ਆਪਰੇਟ ਕਰਦਾ, ਠੀਕ ਹੈ ਨਾ। ਹੁਣ ਉਹਦੇ ਵਿੱਚ ਕੀ ਹੈ, ਕੋਈ ਕੰਬੈਟ ਦੀ ਨੈਕਸਲਿਸਟ ਜਿਹੜਾ ਨਕਸਲਿਜ਼ਮ ਹੈ ਜਿਹਨੂੰ ਆਪਾਂ ਲੈਫਟ ਵਿੰਗ ਐਕਸਟ੍ਰੀਮਿਜ਼ਮ ਵੀ ਕਹਿੰਦੇ ਆ ਉਹ ਵੀ ਹੈ। ਦੈਨ ਇੰਟਰਨਲ ਸਿਕਿਉਰਿਟੀ ਇਨ ਦੀ ਜੰਮੂ ਐਂਡ ਕਸ਼ਮੀਰ ਰੀਜਨ। ਦੈਨ ਆਪਣੇ ਜਨਰਲ ਇਲੈਕਸ਼ਨ ਦੇ ਵਿੱਚ ਜਿਹੜੀ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਂਦੀ ਹੈ ਉਹ ਵੀ CRPF ਦੇ ਹੀ ਜਿਹੜੇ ਸੋਲਜਰਸ ਹੁੰਦੇ ਨੇ ਉਹ ਪ੍ਰੋਵਾਈਡ ਕਰਦੇ ਨੇ। ਐਂਡ ਅਸਿਸਟਿੰਗ ਸਿਵਲ ਅਥਾਰਟੀਜ਼ ਡਿਊਰਿੰਗ ਨੈਚੁਰਲ ਡਿਜ਼ਾਸਟਰਸ, ਦੈਟ ਇਜ਼ ਆਲਸੋ ਵਨ ਆਫ देयर ऑब्जेक्टिव्स, ठीक है ना। ਉਹਦੇ ਫੀਚਰਸ ਕੀ ਨੇ? ਪਹਿਲੀ ਗੱਲ ਤਾਂ 3 lakh पर्सनल CRPF ਦੇ ਅੰਡਰ, ਠੀਕ ਹੈ ਨਾ, ਡਿਪਲੋਇਡ ਨੇ। ਸੋ ਦੈਟ ਇਜ਼ ਅ ਵੈਰੀ ਬਿਗ ਨੰਬਰ, ਮੇਕਿੰਗ ਇਟ ਦੀ ਲਾਰਜੈਸਟ ਸੈਂਟਰਲ ਆਰਮਡ ਪੁਲਿਸ ਫੋਰਸ ਇਨ ਆਰ ਕੰਟਰੀ। ਦੈਨ ਸਪੈਸ਼ਲਾਈਜ਼ਡ ਵਿੰਗਸ ਨੇ CRPF ਦੇ ਅੰਡਰ, ਸਪੈਸ਼ਲਾਈਜ਼ਡ ਵਿੰਗਸ ਵੀ ਆਉਂਦੇ ਨੇ। ਫॉर एग्जांपल ਤੁਹਾਡਾ ਕੋਬਰਾ ਬਟਾਲੀਅਨ ਜੋ ਕਿ ਹੈਗਾ ਆਪਣਾ ਨਕਸਲਿਜ਼ਮ ਨੂੰ ਕਾਊਂਟਰ ਕਰਨ ਲਈ ਹੈਗਾ, ਠੀਕ ਹੈ ਨਾ, ਇਨ ਆਂਧਰਾ, ਠੀਕ ਹੈ ਨਾ। ਗ੍ਰੇ ਹਾਊਂਡਸ ਬਣੇ ਸੀਗੇ, ਠੀਕ ਹੈ ਨਾ। ਸੋ ਦੈਟ ਇਜ਼ ਦੈਟ, ਠੀਕ ਹੈ ਨਾ। ਸੋ ਦੈਟ ਇਜ਼ ਇਟ ਵਿਚ ਇਜ਼ ਇਟ ਐਕਚੁਅਲੀ these cobra soldiers are trained in the guerrilla warfare, ਕਿਉਂਕਿ ਜਿਹੜੇ ਲੈਫਟ ਵਿੰਗ ਐਕਸਟ੍ਰੀਮਿਜ਼ਮ ਵਾਲੇ ਨੇ ਉਹ ਗੁਰਿਲਾ ਵਾਰਫੇਅਰ ਹੀ ਯੂਜ਼ ਕਰਦੇ ਨੇ। ਸੋ ਆਪਣੇ ਜਿਹੜੇ ਕੋਬਰਾ ਬਟਾਲੀਅਨ ਨੇ ਇਹ ਵੀ ਗੁਰਿਲਾ ਵਾਰਫੇਅਰ 'ਚ ਹੀ ਟ੍ਰੇਨਡ ਨੇ, ਠੀਕ ਹੈ ਨਾ। ਜਿਵੇਂ ਉਹ ਕਰ ਰਹੇ ਨੇ ਆਪਾਂ ਨੂੰ ਉਹਨਾਂ ਦੀ ਹੀ ਭਾਸ਼ਾ ਦੇ ਵਿੱਚ ਆਪਾਂ ਜਵਾਬ ਦੇ ਰਹੇ ਹਾਂ। ਸੋ ਗੁਰਿਲਾ ਵਾਰਫੇਅਰ ਦੇ ਵਿੱਚ ਇਹ ਟ੍ਰੇਨ ਨੇ। ਦੈਨ ਰੈਪਿਡ ਐਕਸ਼ਨ ਜਿਹੜੀ ਫੋਰਸ ਹੈ ਆਪਣੀ RAF, ਠੀਕ ਹੈ ਨਾ। ਸੋ ਦੈਟ ਇਜ਼ ਫॉर ਦੀ ਕਮਿਊਨਲ ਰਾਈਟਸ, ਠੀਕ ਹੈ ਨਾ। ਸੋ ਕਮਿਊਨਲ ਰਾਈਟਸ ਨੂੰ ਟੈਕਲ ਕਰਨ ਲਈ ਆਪਣੀ ਇਹ ਰੈਪਿਡ ਐਕਸ਼ਨ ਫੋਰਸ ਟ੍ਰੇਨ ਕੀਤੀ ਰਹੀ ਹੈ। ਦੈਨ ਵੂਮਨ ਕੰਟੀਜੈਂਟਸ ਆਲਸੋ, ਠੀਕ ਹੈ ਨਾ। ਜਿੱਥੇ ਵੂਮਨ ਕੰਟੀਜੈਂਟ ਦੀ ਲੋੜ ਪੈਂਦੀ ਉੱਥੇ ਵੂਮਨ ਵੀ ਬਣਾਏ ਗਏ ਨੇ, ਪਰਟੀਕੁਲਰਲੀ ਇਲੈਕਸ਼ਨਸ ਦੇ ਟਾਈਮ ਤੇ, ਠੀਕ ਹੈ। क्राउड कंट्रोलिंग द टाइम तो उत्थे वुमेन कंटीजेंट्स ने अपने। देन वर्सेटाइल डिप्लॉयमेंट है, ठीक है ना। इट्स इज नॉट जस्ट द कंट्री, UN पीस कीपिंग फोर्सेस दे विच भी भेजे जाते हैं वो, ठीक है जी। सो ठीक है, चाहे वो अपने हाइती है, नमीबिया, सोमालिया, ठीक है ना। सो दे हैव बीन अ पार्ट ऑफ द UN पीस कीपिंग फोर्सेस आल्सो, ठीक है ना। एंड देन पैरामिलिटरी ड्यूटी ग्रुप, ठीक है ना। सो आप देखिए कि हाँ जी ਉਹ ਆਪਣੇ ਜਿਹੜੀ ਪਾਰਲੀਮੈਂਟਰੀ ਸਿਕਿਉਰਿਟੀ ਦੇ ਵਿੱਚ ਵੀ CRPF ਦਾ ਬਹੁਤ ਵੱਡਾ ਰੋਲ ਆਪਣਾ ਪ੍ਰੈਜ਼ੈਂਟ ਹੁੰਦਾ ਹੈ, ਠੀਕ ਹੈ ਜੀ। ਸੋ ਜਿਹੜਾ CRPF ਦਾ ਜਿਹੜਾ ਇੱਕ ਰੋਬਸਟ ਸਟਰਕਚਰ ਹੈ, ਜਿਹੜਾ ਉਹਦਾ ਪੂਰਾ ਦਾ ਪੂਰਾ ਫਰੇਮਵਰਕ ਹੈ, ਇਟ ਮੇਕਸ ਇਟਸ ਅ ਬੈਕਬੋਨ ਆਫ ਇੰਡੀਆਸ ਇੰਟਰਨਲ ਸਿਕਿਉਰਿਟੀ ਆਪਰੇਟਰਸ, ਠੀਕ ਹੈ ਨਾ। ਸੋ ਆਪਣੀ ਕੰਟਰੀ ਦੀ ਇੰਟਰਨਲ ਸਿਕਿਉਰਿਟੀ ਲਈ ਜਿਹੜੀ CRPF ਹੈ ਇੱਕ ਬਹੁਤ ਵੱਡਾ ਰੋਲ ਪਲੇ ਕਰਦੇ ਨੇ, ਠੀਕ ਹੈ ਨਾ। ਸੋ ਨੈਕਸਟ ਕੁਐਸਚਨ ਆਉਂਦਾ ਹੈ, देयर इज नॉट एन iota of doubt that a definite linkage does prevail between development and spread of terrorism, elucidate। बहुत सिंपल क्वेश्चन है कि ये क्वेश्चन सिंपली की कह रहे हैं कि हाँ जी ਇਹਦੇ ਵਿੱਚ ਕੋਈ ਡਾਊਟ, ਆਇਓਟਾ ਆਫ ਡਾਊਟ ਦਾ ਮਤਲਬ ਹੈ ਕਿ ਇੱਥੇ ਕੋਈ ਡਾਊਟ ਨਹੀਂ ਹੈਗਾ ਕਿ हाँ जी कि ਜਿੱਥੇ ਡਿਵੈਲਪਮੈਂਟ ਨਹੀਂ ਹੋਊਗੀ ਨਾ ਉੱਥੇ ਐਕਸਟ੍ਰੀਮਿਜ਼ਮ ਸਪਰੈਡ ਹੋਊਗੀ, ਠੀਕ ਹੈ ਨਾ। that there is a definite linkage does prevail between development and spread of extremism। ਜਿੱਥੇ ਡਿਵੈਲਪਮੈਂਟ ਹੋਊਗੀ ਉੱਥੇ ਐਕਸਟ੍ਰੀਮਿਜ਼ਮ ਡੈਫੀਨਿਟਲੀ ਘਟੂਗੀ, ਜਿੱਥੇ ਡਿਵੈਲਪਮੈਂਟ ਨਹੀਂ ਹੈਗੀ ਉੱਥੇ ਐਕਸਟ੍ਰੀਮਿਜ਼ਮ ਵਧੂਗੀ ਹੀ ਵਧੂਗੀ। ਹੁਣ ਇਹਦਾ ਕੀ ਮਤਲਬ ਹੈ? ਤੁਸੀਂ ਸਿੱਧੇ ਸਿੱਧੇ ਇੱਥੇ ਕੇਸ ਸਟੱਡੀਜ਼ ਲਿਖਣੀਆਂ ਨੇ ਲੈਫਟ ਵਿੰਗ ਐਕਸਟ੍ਰੀਮਿਜ਼ਮ ਦੀਆਂ। ਟੂ ਗ੍ਰੇਟਰ ਐਕਸਟੈਂਟ ਜੰਮੂ ਕਸ਼ਮੀਰ ਹੋ ਗਿਆ ਐਂਡ ਨਾਰਥ ਈਸਟ ਹੋ ਗਿਆ। ਡਿਵੈਲਪਮੈਂਟ ਜਿੱਥੇ ਘੱਟ ਹੈ ਉੱਥੇ ਫਿਰ ਇਹੋ ਜਿਹੇ ਫੋਰਸਿਸ ਨੇ ਨਾ ਜਿਹੜੇ ਐਕਟਰਸ ਨੇ ਜੋ ਕਿ ਇਸ ਚੀਜ਼ ਦਾ ਫਾਇਦਾ ਚੱਕਦੇ ਨੇ, ਉੱਥੇ ਥੋੜੀ ਐਕਸਟ੍ਰੀਮਿਜ਼ਮ ਵੱਧਦੀ ਹੈ ਨਾ, ਤੁਸੀਂ ਉਹਦੇ ਬਾਰੇ ਦੱਸਣਾ ਹੈ, ਠੀਕ ਹੈ ਜੀ। ਸੋ ਕੀ ਚੀਜ਼ ਹੈ, ਠੀਕ ਹੈ ਨਾ। आई थिंक ਇਹ ਤਾਂ ਜਿਹੜਾ ਬੱਚਾ ਇੰਟਰਨਲ ਸਿਕਿਉਰਿਟੀ ਪੜ੍ਹਦਾ ਸਭ ਤੋਂ ਪਹਿਲਾਂ ਟੌਪਿਕ ਇਹ ਪੜ੍ਹਿਆ ਜਾਂਦਾ ਹੁੰਦਾ ਸਭ ਤੋਂ ਪਹਿਲਾਂ ਕਿ ਪੋਵਰਟੀ ਇਕਨੋਮਿਕ ਗ੍ਰੀਵੈਂਸਸ, ਠੀਕ ਹੈ ਨਾ। ਜਿੱਥੇ ਪੋਵਰਟੀ ਹੈ, ਕਿਉਂਕਿ ਜਿੱਥੇ ਡਿਵੈਲਪਮੈਂਟ, ਜਿੱਥੇ ਰਿਸੋਰਸਿਸ ਨੇ, ਠੀਕ ਹੈ ਨਾ, ਜਿੱਥੇ ਰਿਸੋਰਸਿਸ ਉਹਨਾਂ ਦੇ ਰਿਸੋਰਸਿਸ ਯੂਜ਼ ਕਰਕੇ ਡਿਵੈਲਪਮੈਂਟ ਕਿਸੇ ਹੋਰ ਪਾਸੇ ਦੀ ਹੋ ਰਹੀ ਹੈ, ਠੀਕ ਹੈ ਨਾ। ਉਹ ਲੋਕ ਤਾਂ ਫਿਰ ਗਰੀਬ ਦੇ ਗਰੀਬ ਨੇ, ਉਹਨਾਂ ਨੂੰ ਤਾਂ ਕੋਈ ਉਹਨਾਂ ਦੀ ਗ੍ਰੀਵੈਂਸ ਰਿਡਰੈਸਲ ਹੋਇਆ ਹੀ ਨਹੀਂ ਹੈ। ਸੋ ਜਿਹੜੇ ਉਹਨਾਂ ਦੇ ਐਕਟਰਸ ਨੇ ਜੋ ਕਿ ਇਸੇ ਚੀਜ਼ ਦਾ ਫਾਇਦਾ ਚੱਕਦੇ ਨੇ, ਠੀਕ ਹੈ ਨਾ। ਸੋ ਦੇ ਜਸਟ ਐਕਸਪਲੋਇਟ ਦਿਸ, ਆਪਾਂ ਕਹਿ ਸਕਦੇ ਕਿ ਹਾਂਜੀ ਇਹ ਜਿਹੜੇ ਲੂਪ ਹੋਲ ਹੈ ਇਸੇ ਨੂੰ ਹੀ ਐਕਸਪਲੋਇਟ ਕਰਦੇ ਨੇ ਐਂਡ ਐਕਸਟ੍ਰੀਮਿਜ਼ਮ ਸਪਰੈਡ ਕੀਤਾ ਜਾਂਦਾ, ਠੀਕ ਹੈ ਜੀ। ਥੋੜਾ ਛੱਤੀਸਗੜ੍ਹ ਹੈ, ਝਾਰਖੰਡ ਹੈ, ਉੜੀਸਾ ਹੈ, ਜੋ ਕਿ ਨਕਸਲਿਜ਼ਮ ਇਸੇ ਕਰਕੇ ਇਸੇ ਬੇਸ ਤੇ ਹੀ ਇੰਨਾ ਜ਼ਿਆਦਾ ਉਹਦੀ ਫਿਊਲਿੰਗ ਹੋਈ ਹੈ, ਠੀਕ ਹੈ ਨਾ। ਦੈਨ ਮਾਰਜਨਲਾਈਜੇਸ਼ਨ ਐਂਡ ਇਨਜਸਟਿਸ, ਠੀਕ ਹੈ ਨਾ। ਜਿੱਥੇ ਹੁਣ ਗਵਰਨੈਂਸ ਦੇ ਜਿਹੜੇ ਇੰਸਟੀਟਿਊਸ਼ਨਸ ਨੇ ਉਹ ਨਹੀਂ ਪਹੁੰਚੇ ਨੇ, ਠੀਕ ਹੈ ਨਾ। ਪੁਲਿਸ ਦੀ ਜਿਹੜੀ ਆਪਾਂ ਕਹਿ ਸਕਦੇ ਕਿ ਹਾਂਜੀ ਜੋ ਜਬ ਪੁਲਿਸ ਦੇ ਜਿਹੜੇ ਜਸਟਿਸ ਪ੍ਰੋਵਾਈਡ ਕੀਤੀ ਜਾਂਦੀ ਹੈ ਵਾਇਆ ਪੁਲਿਸ ਵਾਇਆ ਜੁਡੀਸ਼ਰੀ, ਉਹ ਦੈਟ ਹੈਜ਼ ਨਾਟ ਪੈਨੀਟ੍ਰੇਟਡ ਦੈਟ ਪਰਟੀਕੁਲਰ ਰੀਜਨ, ਫਿਰ ਉੱਥੇ ਸਪਰੈਡ ਆਫ ਐਕਸਟ੍ਰੀਮਿਜ਼ਮ ਹੁੰਦਾ ਹੀ ਹੁੰਦਾ, ਠੀਕ ਹੈ ਜੀ। एंड देन लैक ऑफ एजुकेशन एंड अवेयरनेस, ठीक है ना। सो थोनू जब तक एजुकेशन नहीं है, जब तक अवेयरनेस है, यू आर वेरी ईजिली एक्सप्लॉइटेड, ठीक है ना। सो यही भी बहुत बड़ा जिथे डेवलपमेंट नहीं है उत्थे स्कूल्स नहीं है, जिथे स्कूल्स नहीं है उत्थे एजुकेशन नहीं हैगी, अवेयरनेस नहीं हैगी। तो इस लूप होल का इस चीज़ का भी बहुत ज़्यादा फायदा चुक्या जाता है बाय द नॉन स्टेट एक्टर्स, ओके। सो ਇਸੇ ਹੁਣ ਇਸ ਚੀਜ਼ ਨੂੰ ਡਿਸਰਪਟ ਕਰਨ ਲਈ ਹੀ ਫਿਰ ਗਵਰਨਮੈਂਟ ਨੇ ਹੁਣ ਬਹੁਤ ਸਾਰੀਆਂ ਸਕੀਮਾਂ ਇੰਟਰੋਡਿਊਸ ਕੀਤੀਆਂ ਨੇ। ਹੁਣ ਇੱਥੇ ਤੁਸੀਂ ਆਪਣੇ ਆਨਸਰ ਦੇ ਵਿੱਚ, ਕਿਉਂਕਿ ਇਸ਼ੂ ਹੈ ਨਾ ਇਹ, ਸੋ ਤੁਸੀਂ ਇਹਦਾ ਕਨਕਲੂਜਨ ਸੋਲੂਸ਼ਨ ਥਰੂ ਦੇਣਾ ਹੈ, ਵੇ ਫਾਰਵਰਡ ਥਰੂ ਦੇਣਾ। ਇਹ ਚੱਲ ਰਿਹਾ ਹੈ ਨਾ, ਇਹ ਤਾਂ ਵੇ ਫਾਰਵਰਡ ਦੋਗੇ। ਵੇ ਫਾਰਵਰਡ ਦੇ ਵਿੱਚ ਗਵਰਨਮੈਂਟ ਨੇ ਕਿੰਨੀ ਜਿਹੜੀ ਸਕੀਮਸ ਇੰਟਰੋਡਿਊਸ ਕੀਤੀਆਂ ਨੇ, ਐਸਪੀਰੇਸ਼ਨਲ ਡਿਸਟ੍ਰਿਕਟ ਸਕੀਮ ਹੈ, ਠੀਕ ਹੈ ਨਾ। ਇਹ ਬਹੁਤ
ਫੇਮਸ ਸਕੀਮ ਹੈ, ਠੀਕ ਹੈ ਨਾ। ਦੈਨ ਏਕਲਵਿਆ ਸਕੂਲ ਮਾਡਲ ਆਏ ਹੋਏ ਨੇ ਐਜੂਕੇਸ਼ਨ ਪ੍ਰਮੋਟ ਕਰਨ ਲਈ, ਡਿਵੈਲਪਮੈਂਟ ਲਈ ਥੋੜੀ ਐਸਪੀਰੇਸ਼ਨ ਡਿਸਟ੍ਰਿਕਟ ਸਕੀਮ ਹੈ, ਠੀਕ ਹੈ ਨਾ। ਇਹ ਆਪਾਂ ਕਹਿ ਸਕਦੇ ਕਿ ਗਵਰਨਮੈਂਟ ਦੀ ਸਕੀਮਸ ਸ਼ੁਰੂ ਹੀ ਇਸ ਕਰਕੇ ਕੀਤੀਆਂ ਗਈਆਂ ਨੇ ਤਾਂ ਕਿ ਜਿਹੜੇ ਆਪਣੇ ਲੂਪ ਹੋਲਸ ਨੇ, ਜਿਹੜੇ ਕਾਜ਼ਸ ਨੇ, ਉਹਨਾਂ ਨੂੰ ਆਪਾਂ ਐਡਰੈਸ ਕਰ ਸਕੀਏ ਤਾਂ ਕਿ ਡਿਵੈਲਪਮੈਂਟ ਉੱਥੇ ਹੋ ਸਕੇ ਐਂਡ ਐਕਸਟ੍ਰੀਮਿਜ਼ਮ ਉੱਥੋਂ ਘਟ ਸਕੇ, ਠੀਕ ਹੈ। ਦੈਨ इंटरनल सिक्योरिटी प्रॉब्लम्स कुड बी प्लेस्ड इन टू कैटेगरीज, एक तो बॉर्डर स्टेट प्रॉब्लम होती है, एक अपनी कोर स्टेट प्रॉब्लम होती है, मीनस इंटरनल हो जाती है, ठीक है ना। एक बॉर्डर स्टेट प्रॉब्लम था ना कि हाँ जी बॉर्डरिंग कंट्री रीजनस ने, जिवें पंजाब हो गया, राजस्थान हो गया, जम्मू कश्मीर हो गया, नॉर्थ ईस्ट दी बॉर्डरिंग स्टेट्स ने, ठीक है जी। दैन गुजरात है। एक है कोर स्टेट प्रॉब्लम अंदरला झारखंड छत्तीसगढ़ तो कोई बॉर्डर स्टेट प्रॉब्लम नहीं ना हैगी है। आइडेंटिफाई द एसेंशियल डिफरेंसेस बिटवीन देम, ठीक है ना, एंड सजेस्ट को रेमेडियल मेजर्स कि हाँ जी इन्हां दोनों दे विच ਕੀ ਡਿਫਰੈਂਸ ਕੀ ਇਹਨਾਂ ਦੇ ਵਿੱਚ ਐਂਡ ਇਹਨਾਂ ਨੂੰ ਤੁਸੀਂ ਕਿਵੇਂ ਨੂੰ ਸੋਲਵ ਕਰ ਸਕਦੇ ਹੋ, ਠੀਕ ਹੈ। ਸੋ ਦਿਸ ਇਜ਼ ਬੇਸਿਕਲੀ ਇਹ ਬੱਚੇ ਜਿਹੜਾ ਆਪਣਾ ਉੱਪਰ ਬਾਕਸ ਹੈ ਉਹਦੇ ਵਿੱਚ ਤੁਹਾਨੂੰ ਇੱਕ ਪ੍ਰੋਪਰ ਸਟਰਕਚਰ ਦਿੱਤਾ ਗਿਆ ਕਿ ਹਾਂਜੀ ਤੁਹਾਡੇ ਆਨਸਰ ਦੇ ਵਿੱਚ ਇਹ ਪੁਆਇੰਟਸ ਹੋਣੇ ਟੂ ਅ ਗ੍ਰੇਟਰ ਐਕਸਟੈਂਟ ਜ਼ਰੂਰੀ ਹੁੰਦੇ ਨੇ। ਐਦਾਂ ਨਹੀਂ ਕਿਹਾ ਜਾਂਦਾ ਕਿ ਹਾਂਜੀ ਕਿਸੇ ਵੀ ਇੱਕ ਕੁਐਸਚਨ ਦਾ ਕੋਈ ਮਾਡਲ ਆਨਸਰ ਨਹੀਂ ਹੁੰਦਾ ਹੈ, ਠੀਕ ਹੈ ਨਾ। ਤੁਸੀਂ ਆਪਣੇ ਅਕੋਰਡਿੰਗਲੀ ਤੁਹਾਨੂੰ ਜਿਹੜਾ ਪੁਆਇੰਟ ਸੂਟ ਕਰਦਾ ਤੁਸੀਂ ਲਿਖਣਾ, ਬਟ ਕੁਝ ਪੁਆਇੰਟਸ ਲਾਜ਼ਮੀ ਹੁੰਦੇ ਨੇ, ਉਹ ਲਿਖਣੇ ਹੀ ਲਿਖਣੇ ਹੁੰਦੇ ਨੇ, ਠੀਕ ਹੈ। ਉਹਦੇ ਵਿੱਚ ਤੁਸੀਂ ਆਪਣੀ ਕੇਸ ਸਟੱਡੀ ਡਿਫਰੈਂਟ ਕਰ ਸਕਦੇ ਹੋ, ਠੀਕ ਹੈ। ਸੋ ਬਾਰਡਰ ਸਟੇਟ ਪ੍ਰੋਬਲਮ, ठीक है ना। सो एक हुंदी कित्थों है जिथे क्रॉस बॉर्डर डायनामिक्स आ जाते, जिथे क्रॉस बॉर्डर मूवमेंट आ जाती है बॉर्डर स्टेट प्रॉब्लम होंदी है। कोर स्टेट प्रॉब्लम सोशो इकोनॉमिक ग्रीवेंसेस, पॉलिटिकल इंस्टेबिलिटी करके जिहड़ी इशूज क्रिएट होंदे ने वो कोर स्टेट प्रॉब्लम दे विच आउंदे ने, ठीक है जी। एग्जाम्पल आ जाता है बॉर्डर स्टेट द इंसर्जेंसी नॉर्थ ईस्ट इन द जम्मू कश्मीर जो कि पाकिस्तान करके है, नक्सलिज्म इन बॉर्डर डिस्ट्रिक्ट्स चाइना करके आ जाता है अपना, ठीक है ना। एथनिक कन्फ्लिक्ट्स आ जाता है जो कि म्यांमार बांग्लादेश के बॉर्डर्स नाल लगदे ने। ਜਿਹੜੇ ਆਪਣੇ ਇੰਟਰਨਲ ਕਹਾਂਗੇ ਤਾਂ ਆਪਾਂ ਕੀ ਕਹਾਂਗੇ, ਜਿਹੜੇ ਕ੍ਰਾਈਮ ਸਿੰਡੀਕੇਟਸ ਬਣੇ ਹੁੰਦੇ ਨੇ, ਮਨੀ ਲਾਂਡਰਿੰਗ, ਹਵਾਲਾ ਟ੍ਰਾਂਜੈਕਸ਼ਨਸ, ਦੈਨ ਕਮਿਊਨਲ ਰਾਈਟਸ ਆ ਜਾਂਦੇ ਨੇ, ਠੀਕ ਹੈ। ਨਕਸਲਿਜ਼ਮ ਹੈ ਜਿਹੜਾ ਆਪਣਾ ਰੈੱਡ ਕੋਰੀਡੋਰ ਹੈ, ਹੁਣ ਰੈੱਡ ਕੋਰੀਡੋਰ ਇਜ਼ ਨਾਟ ਬਿਕੋਜ਼ ਆਫ ਦੀ ਬੋਰਡਰ ਸਟੇਟ, ਉਹ ਲੈਕ ਆਫ ਡਿਵੈਲਪਮੈਂਟ ਕਰਕੇ ਹੋਇਆ, ਠੀਕ ਹੈ ਨਾ। ਦੈਨ ਥ੍ਰੈਟ ਪ੍ਰੋਫਾਈਲ ਕੀ ਹੈ, ਥ੍ਰੈਟ ਇੱਥੇ ਹੈਗਾ ਤੁਹਾਡੀ ਕੰਟਰੀ ਦੀ ਇੰਟੈਗ੍ਰਿਟੀ ਦੇ ਉੱਪਰ, ਕੰਟਰੀ ਦੀ ਸੋਵਰੇਨਿਟੀ ਦੇ ਉੱਪਰ। ਇਹਦੇ ਵਿੱਚ ਕੀ ਆਊਗਾ ਕਿ ਹਾਂਜੀ ਥ੍ਰੈਟ ਟੂ ਇਨ ਲਾਅ ਐਂਡ ਆਰਡਰ, ਦੀ ਅਦਰ ਸਾਈਡ ਦੀ ਜਿਹੜਾ ਕੋਰ ਸਟੇਟ ਉਹਦੇ ਵਿੱਚ ਲਾਅ ਐਂਡ ਆਰਡਰ ਦੇ ਉੱਪਰ ਪ੍ਰੋਬਲਮ ਆ ਜਾਂਦੀ ਹੈ, ਠੀਕ ਹੈ ਜੀ। ਐਂਡ ਜਿਹੜੀ ਆਪਣੀ ਬਾਰਡਰ ਸਟੇਟ ਪ੍ਰੋਬਲਮ ਉਹਦੇ ਵਿੱਚ ਤੁਹਾਡੀ ਪੈਰਾਮਿਲਟਰੀ ਫੋਰਸਿਸ, ਆਰਮੀ ਇਹ ਇਨਵੋਲਵਡ ਹੁੰਦੇ ਨੇ। ਦੈਨ ਦੀ ਇੰਟਰਨ ਕੋਰ ਸਟੇਟ ਦੀ ਪ੍ਰੋਬਲਮ ਵੀ ਇੱਥੇ ਤੁਹਾਡੀ ਆਉਂਦੀ ਹੈ, ਤੁਹਾਡੀ ਸਟੇਟ ਪੁਲਿਸ। ਹੁਣ ਇੱਥੇ ਤੁਹਾਡੀ ਸਟੇਟ ਪੁਲਿਸ ਦਾ ਬਹੁਤ ਵੱਡਾ ਰੋਲ ਆ ਜਾਂਦਾ ਹੁੰਦਾ ਐਂਡ ਉਹਨੂੰ ਆਪਾਂ ਸਪਲੀਮੈਂਟ ਕਰ ਸਕਦੇ ਹਾਂ ਵਿਦ ਦ ਸੀਆਰਪੀਐਫ, ਠੀਕ ਹੈ, ਕਿਉਂਕਿ ਸੀਆਰਪੀਐਫ ਇਜ਼ ਫॉर ਦੀ अंदर दा पार्ट, बाहर तो BSF है, आर्मी हैगी है, सशस्त्र सीमा बल हैगी है, ठीक है ना, असम राइफल्स ने उस चीज को टैकल करेंगे। इंटरनली स्टेट पुलिस अलोंग विद योर CRPF ਉਹ जनरली इस चीज इंटरनल लॉ एंड ऑर्डर ਨੂੰ ਉਹ ਦੇਖਦੇ ਨੇ, ਠੀਕ ਹੈ ਜੀ। ਐਂਡ ਤੁਸੀਂ ਹੁਣ ਇਹਨਾਂ ਦੋਨਾਂ ਦੀ ਹੀ ਆਪਣੇ ਰੈਮੀਡੀਅਲ ਮੇਜਰਸ ਲਿਖਣੇ ਨੇ, ਠੀਕ ਹੈ ਜੀ। बॉर्डर की गल करांगे तो पहले गल वी नीड रोबस्ट बॉर्डर मैनेजमेंट, दैन वी नीड मिलिटरी डोमिनेंस, ठीक है ना, क्योंकि थोनू सर्वेलेंस थोड़ी बहुत ही फुल प्रूफ होनी चाहिए। सो सर्वेलेंस नू डेफिनेटली आपां नू करना पऊगा। मिलिटरी डोमिनेंस, डेवलपमेंट के उपर फोकस, क्योंकि स्टेट एक्टर्स भी तो आप देखने कि पहले क्वेश्चन दे कि किवें कंट्री दी सिक्योरिटी हार हैम्पर्ड बाय दी स्टेट एक्टर्स आल्सो, तो आपां नू उस रीजन दी डेवलपमेंट करनी बहुत जरूरी है, ठीक है ना। एंड दैन डिप्लोमेसी, ठीक है ना, सो डिप्लोमैटिकली भी तुसी उस प्रॉब्लम नू डील कर सकते हो। बट व्हेन इट कम्स टू द कोर स्टेट प्रॉब्लम, फर्स्ट ऑफ ऑल यू नीड इफेक्टिव पुलिसिंग एंड इंटेलिजेंस। इंटेलिजेंस इज वेरी वेरी इंपॉर्टेंट। दैन इकोनॉमिक इंक्लूजन, कोर स्टेट प्रॉब्लम दा थ्रेट दा जिहड़ा ओरिजिन ही इकोनॉमिक इशूज तो हुंदा है, डेवलपमेंटल इशूज तो हुंदा है, तो उन्हां नू टैकल करना। दैन स्ट्रेंथनिंग द रूल ऑफ द लॉ, ठीक है, ताकि कोई भी ਜਿਹੜੇ ਆਪਣੇ ਐਕਟਰਸ ਨੇ ਇਹ ਆਪਣੇ ਜਿਹੜੇ ਇਹਨਾਂ ਦੇ ਮੋਟਿਵਸ ਨੇ ਉਹਨਾਂ ਆਪਾਂ ਪੂਰਾ ਨਾ ਕਰ ਸਕਣ, ਠੀਕ ਹੈ। ਐਂਡ ਇਨ ਕਾਊਂਟਰਿੰਗ ਦ ਰੈਡੀਕਲਾਈਜੇਸ਼ਨ, ਕਿ ਲੋਕਾਂ ਨੂੰ ਐਂਗੇਜ ਨਾ ਕੀਤਾ ਜਾ ਸਕੇ, ਉਹਨਾਂ ਨੂੰ ਰੈਡੀਕਲਾਈਜੇਸ਼ਨ ਨੂੰ ਵੀ ਕਾਊਂਟਰ ਕਰਨ ਦੀ ਜ਼ਰੂਰਤ ਹੈ। ਕਾਊਂਟਰਿੰਗ ਦ ਰੈਡੀਕਲਾਈਜੇਸ਼ਨ ਵਿਚ ਹੈਵ ਬੀਨ ਅੰਡਰਟੇਕਨ ਬਾय ਦੋਜ਼ ਨॉन ਸਟੇਟ ਐਕਟਰਸ, ਓਕੇ। हाँ जी बच्चे, सो नेक्स्ट क्वेश्चन आउंदा है, write a short note on the recent initiatives of the comprehensive integrated border management system. Also mention the challenges linked with the border management of India, particularly in view of the porous border that India shares with Pakistan, Bangladesh and China. So इस क्वेश्चन ਦੇ ਦੋ ਪਾਰਟ ਨੇ। ਪਹਿਲਾ ਪਾਰਟ ਕਹਿੰਦੇ ਕਿ ਹਾਂਜੀ ਕੰਪਰੀਹੈਂਸਿਵ ਇੰਟੀਗ੍ਰੇਟਿਡ ਬਾਰਡਰ ਮੈਨੇਜਮੈਂਟ ਸਿਸਟਮ ਦੇ ਅੰਡਰ ਆਪਾਂ ਕਿਹੜੀ ਇਨੀਸ਼ੀਏਟਿਵਸ ਲੈ ਗਏ ਨੇ। ਸੋ ਤੁਹਾਨੂੰ ਇਨੀਸ਼ੀਏਟਿਵਸ ਲਿਖਣੇ ਨੇ ਅਗੇਨ ਡਾਇਰੈਕਟਲੀ ਫਰਮ ਕਰੰਟ ਅਫੇਅਰਸ, ਠੀਕ ਹੈ ਜੀ। ਐਂਡ ਆਲਸੋ ਆਪਣੇ पोरस बॉर्डर ਨੂੰ ਲੈ ਕੇ ਕਿਹੜੇ ਆਪਾਂ ਨੂੰ ਚੈਲੰਜਸ ਫੇਸ ਕਰਨੇ ਪੈਂਦੇ ਨੇ when it comes to border management, okay। so this is what is asked from the question, ठीक है ना। so ਇਹਦਾ ਹੁਣ ਕਿਉਂਕਿ issue based question ਹੈ ਤਾਂ your conclusion should have a way forward, okay।
ਸੋ ਕੰਪਰੀਹੈਂਸਿਵ ਇੰਟੀਗ੍ਰੇਟਿਡ ਬਾਰਡਰ ਮੈਨੇਜਮੈਂਟ ਸਿਸਟਮ ਕੀ ਹੈ? ਸੋ ਇੱਕ ਟੈਕਨੋਲੋਜੀਕਲ ਸੋਲੂਸ਼ਨ ਹੈਗਾ, ਠੀਕ ਹੈ ਨਾ, ਟੂ ਐਡਰੈਸ ਦੀ ਵਲਨਰੇਬਿਲਿਟੀ ਇਨ ਦੀ ਇੰਡੀਆਜ਼ ਬਾਰਡਰ ਮੈਨੇਜਮੈਂਟ ਸਿਕਿਉਰਿਟੀ ਵੇਅਰ ਫਿਜ਼ੀਕਲ ਫੈਂਸਿੰਗ ਇਜ਼ ਨਾਟ feasible ਡਿਊ ਟੂ ਡਿਫਿਕਲਟ ਟਰੇਨ ਹੈ, ਪਹਾੜ ਆ ਗਏ ਨੇ, ਨਦੀ ਆ ਗਈ ਹੈ, ਠੀਕ ਹੈ ਨਾ, ਕੋਈ ਰਿਵਰ ਆ ਗਈ ਹੈ, ਠੀਕ ਹੈ ਨਾ, ਮਾਰਸ਼ੀ ਲੈਂਡਸ ਨੇ, ਵੈਟਲੈਂਡਸ ਨੇ, ਉੱਥੇ ਜਿੱਥੇ ਫਿਜ਼ੀਕਲ ਫੈਂਸਿੰਗ ਨਹੀਂ ਹੋ ਸਕਦੀ ਫਿਰ ਉੱਥੇ ਤੁਹਾਨੂੰ ਕੰਪਰੀਹੈਂਸਿਵ ਬਾਰਡਰ ਮੈਨੇਜਮੈਂਟ ਸਿਸਟਮ ਚਾਹੀਦਾ, ਠੀਕ ਹੈ ਨਾ। ਸੋ ਉਹਦੇ ਅੰਦਰ ਇਨੀਸ਼ੀਏਟਿਵਸ ਕਿਹੜੇ ਕਿਹੜੇ ਲੈ ਗਏ ਨੇ, ਠੀਕ ਹੈ ਨਾ। ਫॉर एग्जांपल ਇਟ ਹੈਜ਼ ਮੂਵਡ, ਜੇ ਆਪਾਂ ਦੇਖਾਂਗੇ ਜੰਮੂ ਕਸ਼ਮੀਰ ਐਂਡ ਬੰਗਲਾਦੇਸ਼ ਦੀ ਗੱਲ ਕਰਦੇ ਹਾਂ ਤਾਂ ਉੱਥੇ ਪਾਇਲਟ ਪ੍ਰੋਜੈਕਟਸ ਲਾਂਚ ਕੀਤੇ ਗਏ ਨੇ। ਫॉर एग्जांपल ਅਸਾਮ ਬਾਰਡਰ ਦੇ ਨਾਲ ਪ੍ਰੋਜੈਕਟ ਥੋੜਾ ਬੋਲਡ QIT ਲਾਂਚ ਕੀਤਾ ਗਿਆ, ਠੀਕ ਹੈ ਨਾ, ਜਿੱਥੇ ਆਪਾਂ ਟੈਕਨੋਲੋਜੀ ਨੂੰ ਯੂਜ਼ ਕਰਕੇ ਮੈਨੇਜਮੈਂਟ ਕਰ ਰਹੇ ਹਾਂ ਬਾਰਡਰ ਦੀ। ਫਿਰ ਟੈਕਨੋਲੋਜੀਕਲ ਇੰਟੀਗ੍ਰੇਸ਼ਨ ਜਿੱਥੇ ਸਮਾਰਟ ਫੈਂਸਿੰਗ ਕੀਤੀ ਜਾ ਰਹੀ ਹੈ, ਫੈਂਸਿੰਗ ਹੈ ਬਟ ਉਹਨਾਂ ਦੀ ਵੀ ਕਿਉਂ ਉੱਥੇ ਵੀ ਆਪਾਂ ਨੂੰ ਚਾਹੀਦੀ ਹੈ ਨਾ ਕਿ ਹਾਂਜੀ ਵੀ ਨੀਡ ਥਰਮਲ ਇਮੇਜਿੰਗ, ਨਾਈਟ ਵਿਜ਼ਨ ਚਾਹੀਦੀ ਹੈ, ਤਾਂ ਸਮਾਰਟ ਫੈਂਸਿੰਗ ਇੱਕ ਤਾਂ ਹੁੰਦੀ ਕਿ ਫਿਜ਼ੀਕਲ ਨਾਰਮਲ ਫੈਂਸਿੰਗ ਹੈ, ਤਾਰਾਂ ਲਾਤੀਆਂ, ਇੱਕ ਹੁੰਦਾ ਕਿ ਸਮਾਰਟ ਫੈਂਸਿੰਗ ਕਰਨੀ, ਠੀਕ ਹੈ ਨਾ। ਸੋ ਟੈਕਨੋਲੋਜੀ ਯੂਜ਼ ਕੀਤੀ ਜਾ ਰਹੀ ਹੈ, ਨਾਈਟ ਵਿਜ਼ਨ ਡਿਵਾਈਸਿਸ ਯੂਜ਼ ਕੀਤੇ ਜਾ ਰਹੇ ਨੇ, ਸਰਵੇਲੈਂਸ ਰਡਾਰਸ, ਠੀਕ ਹੈ ਨਾ, ਲੇਜ਼ਰ ਵਾਲਸ ਯੂਜ਼ ਕੀਤੀਆਂ ਜਾ ਰਹੀਆਂ ਨੇ। ਸੋ ਦੈਟ ਇਜ਼ ਅ ਪਾਰਟ ਆਫ ਦੈਟ। ਦੈਨ ਐਕਸਪੈਂਸ਼ਨ ਪਲਾਨ, ਠੀਕ ਹੈ ਜੀ। ਸੋ then next is your counter drone system, ਠੀਕ ਹੈ ਨਾ। ਡਰੋਨਸ ਨੂੰ ਕਾਊਂਟਰ ਕਰਨ ਲਈ ਵੀ ਆਪਾਂ ਨੂੰ ਸਿਸਟਮ ਚਾਹੀਦਾ, ਬਿਕੋਜ਼ ਡਰੋਨਸ ਹੁਣ ਡਰੋਨ ਆ ਰਿਹਾ, ਤੁਸੀਂ ਡਰੋਨ ਨੂੰ ਮਾਰੋਗੇ, ਸੋ ਡਰੋਨਸ ਨੂੰ ਕਾਊਂਟਰ ਕਰਨ ਲਈ ਯੂ ਨੀਡ ਅ ਪ੍ਰੋਪਰ ਸਿਸਟਮ, ਠੀਕ ਹੈ ਨਾ। that also comes under this the comprehensive integrated border management system। particularly ਪੰਜਾਬ ਹੈ, ਜੰਮੂ ਕਸ਼ਮੀਰ, ਜਿੱਥੇ ਡਰੱਗਸ ਆਉਂਦੇ ਨੇ, ਜਿੱਥੇ ਗਨ ਹੁੰਦਾ ਨਾ, ਸਮਗਲਿੰਗ ਹੁੰਦੀ ਹੈ, ਉਹ ਡਰੋਨਸ ਥਰੂ ਹੋ ਰਹੀ ਹੈ, ਠੀਕ ਹੈ ਨਾ, ਕਿਉਂਕਿ ਇੱਥੇ ਕੋਈ ਫਿਜ਼ੀਕਲੀ ਨਹੀਂ ਲੈ ਕੇ ਆ ਰਿਹਾ, ਡਰੋਨਸ ਥਰੂ ਭੇਜੇ ਜਾ ਰਹੇ ਨੇ, ਤਾਂ ਆਪਾਂ ਨੇ ਡਰੋਨਸ ਨੂੰ ਕੈਪਚਰ ਕਰਨਾ ਹੈ, ਠੀਕ ਹੈ ਨਾ। ਬਿਫੋਰ ਦੈਟ ਰੀਚਿੰਗ ਜਿਹੜਾ ਟਾਰਗੇਟ ਉਹਦੇ ਤੱਕ ਪਹੁੰਚਣ ਤੋਂ ਪਹਿਲਾਂ the security agencies should capture that drone, ਠੀਕ ਹੈ ਨਾ। ਸੋ ਉਹਦੇ ਲਈ we need this। ਹੁਣ challenges ਕੀ ਨੇ? second part of the question, this is the easy part। ਕੀ ਚੈਲੰਜ ਹੈ? ਪਹਿਲੀ ਗੱਲ ਤਾਂ difficult and diverse terrain ਹੈ, ਠੀਕ ਹੈ ਜੀ। then hostile neighbors ਨੇ and state sponsored threats ਆ ਜਾਂਦੇ ਨੇ ਆਪਣੇ, that is another factor। then porous borders ਨੇ, ਠੀਕ ਹੈ ਨਾ, ਜਿੱਥੇ and border cross border ties ਨੇ। ਹੁਣ ਜਿੱਥੇ ਨੇਪਾਲ ਹੈ, ਠੀਕ ਹੈ ਨਾ, ਨੇਪਾਲ ਦੇ ਨਾਲ ਓਪਨ ਬਾਰਡਰ ਹੈ ਆਪਣਾ, ਠੀਕ ਹੈ ਨਾ। ਮਿਆਂਮਾਰ ਹੈ, ਠੀਕ ਹੈ, ਜਿਹੜਾ ਆਪਣਾ ਅੱਗੇ ਫ੍ਰੀ ਮੂਵਮੈਂਟ ਰਜੀਮ ਹੈ, ਪਹਿਲਾਂ 16 ਦੀ ਹੁੰਦੀ ਸੀ, ਹੁਣ 8 ਕਿਲੋਮੀਟਰ ਦੀ ਹੋ ਗਈ ਹੈ। ਸੋ ਇਹ ਬਹੁਤ ਵੱਡਾ ਫੈਕਟਰ ਹੈ ਜੋ ਕਿ ਆਪਣੇ ਬਾਰਡਰਸ ਨੂੰ ਵਲਨਰੇਬਿਲਿਟੀ ਵਧਾ ਦਿੰਦੀ ਹੈ ਆਪਣੇ ਬਾਰਡਰ ਦੀ, ਠੀਕ ਹੈ ਜੀ। ਇਨਫਰਾਸਟ੍ਰਕਚਰ ਗੈਪਸ ਡੈਫੀਨੇਟਲੀ ਅ ਮੇਜਰ ਫੈਕਟਰ। ਜੇ ਤੁਹਾਡੀ ਕਾਲ ਵੈਦਰ ਰੋਡ ਹੀ ਨਹੀਂ ਪ੍ਰੈਜ਼ੈਂਟ ਹੈਗੀ, ਤੁਸੀਂ ਕਿਵੇਂ ਆਪਣੀ ਫੋਰਸਿਸ ਨੂੰ ਉੱਥੇ ਡਿਪਲੋਏ ਕਰ ਸਕਦੇ ਹੋ, ਠੀਕ ਹੈ ਨਾ। ਦੈਨ ਕੋਆਰਡੀਨੇਸ਼ਨ ਇਸ਼ੂਜ਼ ਬਿਟਵੀਨ ਮਲਟੀਪਲ ਏਜੰਸੀਜ਼, ਦੈਟ ਇਜ਼ ਆਲਸੋ, ਕਿਉਂਕਿ ਇੱਕ ਜਿੱਥੇ ਯੂ ਨੋ ਇਵਨ देयर आर ਮਲਟੀਪਲ ਏਜੰਸੀਜ਼ ਹੂ ਆਰ ਇਨਵੋਲਵਡ ਇਨ ਮੈਨੇਜਿੰਗ ਦ ਬਾਰਡਰਸ, ਠੀਕ ਹੈ ਨਾ। ਸੋ ਉੱਥੇ ਜਦੋਂ ਜਿੱਥੇ ਮਲਟੀਪਲ ਏਜੰਸੀਜ਼ ਇਨਵੋਲਵ ਹੋ ਜਾਂਦੀਆਂ ਨੇ, ਫਿਰ ਉੱਥੇ ਤੁਹਾਡੀ ਕੋਆਰਡੀਨੇਸ਼ਨ ਇਸ਼ੂ ਆ ਜਾਂਦਾ ਦੋਨੋਂ ਏਜੰਸੀਜ਼ ਦੇ ਵਿੱਚ, ਠੀਕ ਹੈ ਜੀ। ਠੀਕ ਹੈ ਨਾ। ਸੋ ਇਟ ਕੈਨ ਲੀਡ ਟੂ ਕੋਆਰਡੀਨੇਸ਼ਨ ਗੈਪ ਐਂਡ ਇੰਟੈਲੀਜੈਂਸ ਸ਼ੇਅਰਿੰਗ ਇਸ਼ੂਜ਼ ਆ ਜਾਂਦੇ ਨੇ, ਠੀਕ ਹੈ। Next है, what is hologrammatic terrorism? Explain the challenges of asymmetric war against India। So ये आजकल का नवा concept है कि hologrammatic terrorism की है, ठीक है। And challenges दोस्तों की है asymmetric war against India लेके कि ਜਿਹੜੇ ਆਪਣੇ ਇੰਡੀਆ ਦੇ against asymmetric warfare ਹੋ ਰਹੀ ਹੈ। ਇੱਕ ਤਾਂ traditional war ਹੁੰਦੀ ਹੈ, ਠੀਕ ਹੈ, ਜਿੱਥੇ ਦੋ ਆਰਮੀਜ਼ ਲੜ ਰਹੀਆਂ ਨੇ। ਹੁਣ ਦੋ ਆਰਮੀਜ਼ ਲੜਨ ਵਾਲਾ ਸੀਨ ਹੁਣ ਨਹੀਂ ਰਿਹਾ ਇੰਨਾ, ਠੀਕ ਹੈ ਨਾ। ਆਪਾਂ ਦੇਖਿਆ ਵੀ ਹੈ ਕਿ ਹੁਣ ਜਦੋਂ ਆਪਰੇਸ਼ਨ ਸਿੰਦੂਰ ਦੇ ਵਿੱਚ ਕੀ ਹੋਇਆ ਸੀਗਾ, ਆਰਮੀ ਸਾਹਮਣੇ ਨਹੀਂ ਲੜੀਆਂ ਨੇ, ਡਰੋਨ ਅਟੈਕਸ ਹੋਏ ਨੇ ਵਾਇਆ ਡਰੋਨਸ, ਠੀਕ ਹੈ ਨਾ। ਸਵਾਰਮ ਡਰੋਨਸ ਚੱਲੇ ਸੀਗੇ, ਇਧਰੋਂ ਮਿਸਾਈਲ, ਇਟ ਇਜ਼ ਕੰਪਲੀਟ 에ਅਰ ਵਾਰਫੇਅਰ ਚੱਲੀ ਸੀਗੀ, ਸੋਲਜਰਸ ਜਾ ਕੇ ਲੜ ਕੇ ਨਹੀਂ ਆਏ ਨੇ। ਸੋ ਇੱਕ ਤਾਂ ਉਹ ਹੁੰਦਾ ਕਿ ਜਿੱਥੇ ਡਾਇਰੈਕਟ ਥੋੜਾ ਜਿਵੇਂ 1971 ਦੀ ਜੰਗ ਹੋ ਗਈ, ਠੀਕ ਹੈ, 1965 ਦੀ ਜੰਗ ਹੈ, ਸੋਲਜਰ ਟੂ ਸੋਲਜਰ ਫਾਈਟ ਹੋ ਰਹੀ ਹੈ। ਹੁਣ ਇੱਕ ਹੁੰਦਾ ਏਸਿਮੈਟ੍ਰਿਕ ਵਾਰਫੇਅਰ, ਸਾਈਬਰ ਵਾਰਫੇਅਰ ਹੋ ਗਿਆ, ਡਰੋਨ ਵਾਰਫੇਅਰ ਹੋ ਗਿਆ, ਠੀਕ ਹੈ ਨਾ। ਸੋ ਵਟ ਇਜ਼ दैट ਏਸਿਮੈਟ੍ਰਿਕ ਵਾਰਫੇਅਰ ਅਗੇਂਸਟ ਇੰਡੀਆ? ਪਹਿਲੀ ਗੱਲ ਹੁੰਦੀ ਹੈ ਕਿ ਹਾਂਜੀ ਵਾਟ ਇਜ਼ ਹੋਲੋਗ੍ਰਾਮੈਟਿਕ ਟੈਰਰਿਜ਼ਮ। ਹੋਲੋਗ੍ਰਾਮੈਟਿਕ ਟੈਰਰਿਜ਼ਮ ਹੁੰਦਾ ਜਿੱਥੇ ਮੀਡੀਆ ਦਾ ਯੂਜ਼ ਕਰਕੇ, ਸੋਸ਼ਲ ਮੀਡੀਆ ਦਾ ਯੂਜ਼ ਕਰਕੇ ਜਿਹੜਾ ਥ੍ਰੈਟ ਹੈ ਉਹ ਲੋਕਾਂ ਤੱਕ ਪਹੁੰਚਾਇਆ ਜਾਂਦਾ ਹੈ ਇਨ ਅ ਵੈਰੀ ਠੀਕ ਹੈ ਨਾ, ਉਹਨੂੰ ਵਧਾ ਚੜਾ ਕੇ ਆਪਾਂ ਦਿਖਾਉਂਦੇ ਹੁੰਦੇ ਹਾਂ, ਠੀਕ ਹੈ ਨਾ। ਸੋ ਇਹਨੂੰ ਮੈਂ ਸਿੰਪਲ ਲੈਂਗੁਏਜ ਪੜ੍ਹ ਦਿੰਦੀ ਹਾਂ ਸੋ ਦੈਟ ਇਟ ਬਿਕਮਸ ਈਜ਼ੀਅਰ ਫॉर ਯੂ ਟੂ ਅੰਡਰਸਟੈਂਡ। ਇਹ ਟੈਰਰਿਜ਼ਮ ਹੈ ਦੈਟ ਲੀਵਰੇजेस ਮੀਡੀਆ ਐਂਡ ਮਾਸ ਕਮਿਊਨੀਕੇਸ਼ਨ ਟੂ ਪ੍ਰੋਜੈਕਟ ਐਨ ਐਂਪਲੀਫਾਈਡ ਇਮੇਜ ਆਫ ਐਨ ਅਟੈਕ। ਕੋਈ ਅਟੈਕ ਹੋਇਆ ਉਹਨੂੰ ਐਂਪਲੀਫਾਈ ਕਰਤਾ, ਠੀਕ ਹੈ ਨਾ। ਹੁਣ ਆਈ ਟੈਲ ਯੂ ਐਨ ਐਗਜ਼ਾਮਪਲ, ਠੀਕ ਹੈ ਨਾ। ਸੋ ਹੁਣ ਕੀ ਹੋਇਆ ਕਿ ਹੁਣ ਰੀਸੈਂਟਲੀ ਪਹਿਲਗਾਮ ਅਟੈਕ ਹੋਇਆ, ਠੀਕ ਹੈ ਨਾ। ਸੋ ਪਹਿਲਗਾਮ ਜਦੋਂ ਅਟੈਕ ਹੋਇਆ ਉਹਦੇ ਵਿੱਚ ਜਦੋਂ ਅਟੈਕ ਦੇ ਵਿਜ਼ੂਅਲਸ ਆਏ ਨੇ ਕਿ ਕਿਵੇਂ ਮਾਰਿਆ ਗਿਆ ਨਾ, देयर वाज ਇੱਕ ਜ਼ਿਪ ਲਾਈਨ ਵਾਲਾ ਇੱਕ ਵੀਡੀਓ ਆਈ ਸੀ ਕਿ ਇੱਕ ਜਿਹੜਾ ਟੂਰਿਸਟ ਹੈ ਉਹ ਜ਼ਿਪ ਲਾਈਨ ਤੋਂ ਜਾ ਰਿਹਾ ਨਾ, ਉਹ ਆਪਣੇ ਲੇਅਰਲੀ ਉਹ ਵੀਡੀਓ ਰਿਕਾਰਡ ਕਰ ਰਿਹਾ ਸੀਗਾ, ਬਟ ਉਸ ਲੇਅਰਲੀ ਵੀਡੀਓ ਦੇ ਵਿੱਚ ਉਹ ਟੈਰਰਿਜ਼ਮ ਦਾ ਜਿਹੜਾ ਅਟੈਕ ਹੈ ਉਹ ਗਨ ਸ਼ਾਟ ਸੁਣੇ ਜਾ ਰਹੇ ਸੀਗੇ, ਠੀਕ ਹੈ ਨਾ। ਸੋ ਜਦੋਂ ਉਹ ਗਨ ਸ਼ਾਟ ਸੁਣੇ ਜਾ ਰਹੇ ਦੈਟ ਵਾਸ ਟੇਕਨ ਐਜ਼ ਅ ਪ੍ਰੂਫ ਬਾਈ ਦੀ NIA ਕਿ ਹਾਂਜੀ ਪ੍ਰੂਫ ਹੈ ਕਿ ਕਿਵੇਂ ਇਹ ਚੀਜ਼ ਹੋਈ ਹੈ, ਠੀਕ ਹੈ ਨਾ। ਸੋ ਇਦਾਂ ਦੇ ਮਲਟੀਪਲ ਪ੍ਰੂਫਸ NIA ਨੂੰ ਦਿੱਤੇ ਗਏ ਨੇ ਬਾਈ ਦਾ ਪੀਪਲ ਜਿਹੜੇ ਉੱਥੇ ਟੂਰਿਸਟ ਗਏ ਸੀਗੇ। ਸੋ ਇਹ ਦੇਖੀ ਹਾਂਜੀ ਜਦੋਂ ਹੁਣ ਜੇ ਕੋਈ ਬੰਦਾ ਉਹ ਜਿਹੇ ਅਟੈਕਸ ਦੀ ਵੀਡੀਓਜ਼ ਨੂੰ ਹੀ 10 ਵਾਰ ਦੇਖ ਲਵੇ ਨਾ, ਦੈਟ ਪਰਸਨ ਵਿਲ ਬੀ ਵੈਰੀ ਸਕੇਅਰਡ ਟੂ ਗੋ ਟੂ ਦੈਟ ਪਹਿਲਗਾਮ ਅਗੇਨ, ਠੀਕ ਹੈ ਨਾ, ਫॉर एनी ਟੂਰਿਜ਼ਮ,
ਠੀਕ ਹੈ ਨਾ, ਕਿਉਂਕਿ ਉਹ ਅੰਦਰ ਡਰ ਬੈਠ ਜਾਂਦਾ ਹੈ ਇਹ ਕਿ ਹਾਂਜੀ ਕਿਉਂਕਿ ਆਪਾਂ ਨੂੰ ਪ੍ਰੂਫ ਦੇਖ ਦੇਖ ਕੇ ਆਪਾਂ ਡਰ ਜਾਂਦੇ ਆ ਇਹ ਤੇ ਕਿ ਠੀਕ ਹੈ ਨਾ, ਜਦੋਂ ਇਹੀ ਚੀਜ਼ ਠੀਕ ਹੈ ਨਾ ਜਿਹੜੇ ਆਪਣੇ ਆਹ ਟੈਰਰ ਬੋਡੀਜ਼ ਨੇ ਆਰਗੇਨਾਈਜੇਸ਼ਨਸ ਨੇ ਵਧਾ ਚੜਾ ਕੇ ਦਿਖਾਉਂਦੇ ਨੇ, ਦੈਟ ਇਜ਼ ਹੋਲੋਗ੍ਰਾਮੈਟਿਕ ਟੈਰਰਿਜ਼ਮ, ਕਿ ਲੋਕਾਂ ਦੇ ਮਨ ਦੇ ਅੰਦਰ ਡਰ ਬਣਾਇਆ ਜਾਂਦਾ ਹੈ, ਸਾਈਕੋਲੋਜੀਕਲ ਫੇਅਰ ਬਣਾਇਆ ਜਾਂਦਾ ਹੈ, ਐਕਚੁਅਲੀ ਜਿੰਨਾ ਹੁੰਦਾ ਨਹੀਂ ਹੈ ਜਿੰਨਾ ਵਧਾ ਉਹਨਾਂ ਨੂੰ ਦਿਖਾਇਆ ਜਾਂਦਾ ਹੁੰਦਾ, ਠੀਕ ਹੈ ਨਾ, ਦੈਟ ਇਜ਼ ਹੋਲੋਗ੍ਰਾਮੈਟਿਕ ਟੈਰਰਿਜ਼ਮ। ਓਕੇ, ਸੋ ਇਹਦੇ ਵਿੱਚ ਬੇਸਿਕਲੀ ਕੀ ਹੈ ਕਿ ਇਟ ਕਾਜ਼ਸ ਅਨਐਂਡਿੰਗ ਨਾਈਟਮੇਅਰਸ ਅਮੰਗ ਦ ਪੀਪਲ ਅਬਾਊਟ ਰੀਅਲ ਥ੍ਰੈਟ ਐਂਡ ਰਿਸਕ ਦੈਟ ਡੋਂਟ ਐਗਜ਼ਿਸਟ ਇਨ ਰਿਐਲਿਟੀ, ਰਿਐਲਿਟੀ 'ਚ ਨਹੀਂ ਹੁੰਦੇ, ਉਹਨੂੰ ਐਗਜ਼ਿਸਟ ਬਣਾ ਕੇ ਦਿਖਾਇਆ ਜਾਂਦਾ ਕਿ ਹਾਂਜੀ ਦਿਸ ਇਜ਼ ਹਾਊ ਇਟ ਟੇਕਸ ਪਲੇਸ, ਠੀਕ ਹੈ ਨਾ, ਸੋ ਦਿਸ ਇਜ਼ ਹੋਲੋਗ੍ਰਾਮੈਟਿਕ ਟੈਰਰਿਜ਼ਮ। ਬੇਸਿਕਲੀ ਆਈ ਥਿੰਕ ਆਪਟੀਕਲ, ਦਿਸ ਇਜ਼ ਐਨ ਆਪਟੀਕਲ ਇਫੈਕਟ ਇਨ ਰਿਐਲਿਟੀ ਦੈਟ ਡਸ ਨਾਟ, ਠੀਕ ਹੈ ਨਾ। ਸੋ ਕਿਤੇ ਕਿ ਜਿਹੜੇ ਮੈਂ ਤੁਹਾਨੂੰ ਪਹਿਲਗਾਮ ਵਾਲੀ ਗੱਲ ਦੱਸੀ ਹੈ, ਦੈਟ ਇਜ਼ ਇਫ ਦੈਟ ਇਜ਼ ਯੂਜ਼ਡ ਬਾਈ ਦੀ ਟੈਰਰ ਆਰਗੇਨਾਈਜੇਸ਼ਨਸ ਐਂਡ ਉਹ ਇੰਡੀਆ ਦੇ ਵਿੱਚ ਸਪਰੈਡ ਕੀਤੀ ਜਾਵੇ ਤਾਂ ਦੈਨ ਦੈਟ ਕੈਨ ਬੀ ਯੂਜ਼ਡ ਐਜ਼ ਅ ਹੋਲੋਗ੍ਰਾਮੈਟਿਕ ਟੈਰਰਿਜ਼ਮ। ਓਕੇ, ਹੁਣ ਚੈਲੰਜਸ ਕੀ ਨੇ ਆਫ ਏਸਿਮੈਟ੍ਰਿਕ ਵਾਰਫੇਅਰ ਅਗੇਂਸਟ ਇੰਡੀਆ? ਪਹਿਲੀ ਗੱਲ ਤਾਂ ਕਿ ਹਾਂਜੀ ਪਹਿਲੀ ਗੱਲ ਤਾਂ ਕਿ ਉਹਨਾਂ ਨੂੰ ਆਇਡੈਂਟੀਫਾਈ ਕਰਨਾ ਔਖਾ ਹੈ ਕਿ ਸਾਈਬਰ ਅਟੈਕ ਹੋ ਰਿਹਾ, ਹਾਊ ਆਰ ਯੂ ਏਬਲ, ਤੁਸੀਂ ਕਿੱਥੇ ਜਾ ਕੇ ਦੇਖੋਗੇ ਕਿ ਹਾਂਜੀ ਜੋ ਕਿਸੇ ਇੱਕ ਪਾਰਟਿਕੂਲਰ ਕੰਟਰੀ ਦੇ ਵਿੱਚ ਕਿਹੜੇ ਸ਼ਹਿਰ ਦੇ ਵਿੱਚ ਕਿਹੜੀ ਬਿਲਡਿੰਗ ਦੇ ਵਿੱਚੋਂ ਅਟੈਕ ਹੋ ਰਿਹਾ, ਸੋ ਦੈਟ ਇਜ਼ ਉਹਨਾਂ ਦੀ ਆਇਡੈਂਟੀਫਾਈ ਕਰਨਾ ਬਹੁਤ ਮੁਸ਼ਕਿਲ ਆ ਜਾਂਦੀ ਕਿ ਉਹ ਅਟੈਕ ਹੋ ਕਿੱਥੋਂ ਰਿਹਾ, ਕਿੱਥੋਂ ਕੀਤਾ ਜਾ ਰਿਹਾ, ਠੀਕ ਹੈ। ਦੈਨ ਉਸ ਤੋਂ ਬਾਅਦ ਜੋ ਐਕਸਪਲੋਇਟੇਸ਼ਨ ਆਫ ਸਿਵਿਲੀਅਨ ਸਪੇਸਿਸ, ਠੀਕ ਹੈ ਨਾ, ਕਰਾਊਡਡ ਲੋਕਾਂ ਦੇ ਘਰਾਂ ਦੇ ਵਿੱਚੋਂ ਕੀਤੇ ਜਾ ਰਹੇ ਨੇ, ਠੀਕ ਹੈ ਨਾ, ਦੈਟ ਇਜ਼ ਆਲਸੋ ਆਪਾਂ ਕਹਿ ਸਕਦੇ ਕਿ ਹਾਂਜੀ ਇੱਕ ਏਸਿਮੈਟ੍ਰਿਕ ਵਾਰਫੇਅਰ ਆ ਜਾਂਦਾ, ਠੀਕ ਹੈ। ਦੈਨ ਟੈਕਨੋਲੋਜੀਕਲ ਅਡੈਪਟੇਸ਼ਨਸ ਬਾਈ ਟੈਰਰਿਸਟ, ਹੁਣ ਇੱਥੇ ਡਰੋਨਸ ਆ ਗਏ, ਠੀਕ ਹੈ ਨਾ, ਸੈਟੇਲਾਈਟਸ ਨੂੰ ਯੂਜ਼ ਕੀਤਾ ਜਾ ਰਿਹਾ, ਸੋ ਦੈਟ ਇਜ਼ ਆਲਸੋ ਅ ਪਾਰਟ ਆਫ ਦੈਟ, ਠੀਕ ਹੈ ਨਾ। ਐਂਡ ਪ੍ਰੋਪਾਗੈਂਡਾ ਐਂਡ ਆਪਾਂ ਕਹਿ ਸਕਦੇ ਕਿ ਇਨਫੋਰਮੇਸ਼ਨ ਵਾਰਫੇਅਰ, ਠੀਕ ਹੈ ਨਾ। ਇੱਥੇ ਹੁਣ ਜਦ ਬੁਰਹਾਨ ਵਾਨੀ ਵਾਲਾ ਕੇਸ ਹੈ, ਹੁਣ ਇੱਥੇ ਪ੍ਰੋਪਾਗੈਂਡਾ ਆ ਜਾਏਗਾ, ਬੁਰਹਾਨ ਵਾਨੀ ਇਨਫੋਰਮੇਸ਼ਨ ਵਾਰਫੇਅਰ, ਇੱਥੇ ਦੈਟ ਇਜ਼ ਅ ਵੈਰੀ ਕਲਾਸਿਕ ਕੇਸ ਹੇਅਰ ਇਨ ਇਨਫੋਰਮੇਸ਼ਨ ਵਾਰਫੇਅਰ। ਓਕੇ, ਐਂਡ ਹੁਣੀ ਰੀਸੈਂਟਲੀ ਆਪਾਂ ਜਦੋਂ 2013 ਦੇ ਵਿੱਚ ਮੁਜ਼ੱਫਰਨਗਰ ਰਾਈਟਸ ਹੋਏ ਸੀਗੇ, ਉੱਥੇ ਵੀ ਇਨਫੋਰਮੇਸ਼ਨ ਵਾਰਫੇਅਰ ਸਪਰੈਡ ਕੀਤੀ ਗਈ ਸੀ ਜਿਹਦੇ ਕਰਕੇ ਰਾਈਟਸ ਹੋਏ ਸੀਗੇ, ਠੀਕ ਹੈ ਨਾ। ਦੈਨ ਫ੍ਰੈਗਮੈਂਟਡ ਸਿਕਿਉਰਿਟੀ ਕੋਆਰਡੀਨੇਸ਼ਨ, ਠੀਕ ਹੈ ਨਾ, ਸੋ ਦੈਟ ਇਜ਼ ਆਲਸੋ देयर, ਠੀਕ ਹੈ ਨਾ। ਸੋ ਇੰਡੀਆ ਸਟ੍ਰੈਟਜੀ, ਕਿਉਂਕਿ ਹੁਣ ਨਾਓ ਅਗੇਨ ਜੇ ਆਪਾਂ ਕਹਾਂਗੇ ਕਿ ਹਾਂਜੀ ਇਸ਼ੂਜ਼ ਨੇ ਤਾਂ ਵੀ ਨੀਡ ਅ ਵੇ ਫਾਰਵਰਡ ਫॉर ਦਿਸ, ਕਿ ਹਾਂਜੀ ਏਸਿਮੈਟ੍ਰਿਕ ਵਾਰਫੇਅਰ ਨੂੰ ਤੁਸੀਂ ਡੀਲ ਕਰਨਾ ਕਿਵੇਂ, ਸੋ ਯੂ ਨੀਡ ਅ ਵੇ ਫਾਰਵਰਡ ਫॉर ਦਿਸ, ਕਿ ਹਾਂਜੀ ਤੁਸੀਂ ਇਹੋ ਜਿਹੇ ਵਾਰਫੇਅਰ ਨਾਲ ਆਪਾਂ ਡੀਲ ਕਰਦੇ ਕਿਵੇਂ, ਸੋ ਦਿਸ ਇਜ਼ ਹਾਊ ਯੂ ਆਰ ਸਪੋਜ਼ ਟੂ ਕਨਕਲੂਡ ਯਰ ਆਂਸਰ, ਠੀਕ ਹੈ। ਦੈਨ ਇਲੈਬੋਰੇਟ ਔਨ ਦ ਰਿਲੇਸ਼ਨਸ਼ਿਪ ਬਿਟਵੀਨ ਮੀਡੀਆ ਐਂਡ ਨੈਸ਼ਨਲ ਸਿਕਿਉਰਿਟੀ, ਹੁਣ ਮੀਡੀਆ ਦੇ ਵਿੱਚ ਬਹੁਤ ਪ੍ਰਿੰਟ ਐਂਡ ਇਲੈਕਟ੍ਰੋਨਿਕ ਆ ਜਾਂਦਾ ਕਿ ਮੀਡੀਆ ਤੇ ਨੈਸ਼ਨਲ ਸਿਕਿਉਰਿਟੀ ਦੇ ਰਿਲੇਸ਼ਨਸ਼ਿਪ ਨੂੰ ਦੱਸਣਾ। ਹੁਣ ਮੀਡੀਆ ਤੇ ਨੈਸ਼ਨਲ ਸਿਕਿਉਰਿਟੀ ਪੋਜ਼ਿਟਿਵ ਵੀ ਹੈਗੇ ਨੇ, ਨੈਗੇਟਿਵ ਵੀ ਹੈਗੇ ਨੇ, ਕਿ ਹਾਂਜੀ ਕਿਵੇਂ ਉਹ ਯੂਜ਼ਫੁਲ ਵੀ ਹੈਗੇ ਨੈਸ਼ਨਲ ਸਿਕਿਉਰਿਟੀ ਨੂੰ ਵਧਾਉਣ ਲਈ ਐਂਡ ਕਿਵੇਂ ਉਹ ਯੂਜ਼ ਵੀ ਕੀਤੀ ਜਾ ਸਕਦੀ ਹੈ ਅਗੇਂਸਟ ਆਰ ਸਿਕਿਉਰਿਟੀ, ਠੀਕ ਹੈ। ਸੋ ਐਜ਼ ਐਨ ਐਸੈਟ ਟੂ ਨੈਸ਼ਨਲ ਸਿਕਿਉਰਿਟੀ, ਪਹਿਲੀ ਗੱਲ ਤਾਂ ਪਬਲਿਕ ਅਵੇਅਰਨੈਸ ਨੂੰ ਵਧਾਉਂਦੀ ਹੈ, ਅਕਾਊਂਟੇਬਿਲਿਟੀ ਲੈ ਕੇ ਆਉਂਦੀ ਹੈ, ਠੀਕ ਹੈ ਜੀ। ਦੈਨ ਕ੍ਰਾਈਸਿਸ ਮੈਨੇਜਮੈਂਟ ਐਂਡ ਕਮਿਊਨੀਕੇਸ਼ਨ, ਅਗਰ ਕੋਈ ਐਮਰਜੈਂਸੀ ਹੁੰਦੀ ਹੈ ਉਸ ਟਾਈਮ ਤੇ ਕਮਿਊਨੀਕੇਸ਼ਨ ਲਈ ਇਟ ਬਿਕਮਸ ਅ ਵੈਰੀ ਇੰਪੋਰਟੈਂਟ ਰੋਲ, ਬਿਕੋਜ਼ ਜੇ ਆਪਾਂ ਹੁਣ ਦੇਖਾਂਗੇ ਰੀਸੈਂਟਲੀ ਕੀ ਹੋਇਆ ਹੈ, ਆਈ ਐਮ ਗਿਵਿੰਗ ਦੀ ਐਗਜ਼ਾਮਪਲਸ ਆਫ ਵੈਰੀ ਰੀਸੈਂਟ ਕੇਸਿਸ। ਹੁਣ ਆਪਰੇਸ਼ਨ ਸਿੰਦੂਰ ਦੇ ਵਿੱਚ ਜਦੋਂ ਬਲੈਕਆਊਟਸ ਹੁੰਦੇ ਸੀਗੇ, ਉੱਥੇ ਕਮਿਊਨੀਕੇਸ਼ਨ ਮੀਡੀਆ ਦਾ ਬਹੁਤ ਵੱਡਾ ਰੋਲ ਆਇਆ, ਠੀਕ ਹੈ ਨਾ, ਕਿ ਲੋਕਾਂ ਤੱਕ ਆਪਣੀ ਖਬਰ ਪਹੁੰਚਾਉਣੀ ਕਿ ਹਾਂਜੀ ਗਵਰਨਮੈਂਟ ਜਦੋਂ ਡਰੋਨ ਅਟੈਕਸ ਹੁੰਦੇ ਸੀਗੇ ਪੰਜਾਬ ਦੇ ਹਰ ਸ਼ਹਿਰ ਦੇ ਵਿੱਚ, ਗਵਰਨਮੈਂਟ ਵੱਲੋਂ ਉਹ ਥਰੂ ਇਨਫੋਰਮੇਸ਼ਨ ਮੈਸੇजेस ਸੋਸ਼ਲ ਮੀਡੀਆ ਤੇ ਇਨਫੋਰਮੇਸ਼ਨ ਸਪਰੈਡ ਕੀਤੀ ਜਾਂਦੀ ਸੀ ਕਿ ਹਾਂਜੀ ਬਲੈਕਆਊਟ ਹੋ ਗਿਆ ਹੈ, ਕਾਈਂਡਲੀ ਸਵਿਚ ਆਫ ਦ ਲਾਈਟਸ, ਠੀਕ ਹੈ ਨਾ। ਟੀਵੀ ਥਰੂ ਆਉਂਦਾ ਹੁੰਦਾ ਸੀ ਕਿ ਹਾਂਜੀ ਆਹ ਸ਼ਹਿਰ ਨੂੰ ਬੋਲਿਆ ਜਾ ਰਿਹਾ ਹੈ, ਕਾਈਂਡਲੀ ਟਰਨ ਆਫ ਦ ਲਾਈਟਸ। ਤਾਂ ਇਹ ਕੀ ਹੈ ਕਿ ਹਾਂਜੀ ਆਪਾਂ ਕ੍ਰਾਈਸਿਸ ਦੇ ਟਾਈਮ ਤੇ ਕਮਿਊਨੀਕੇਸ਼ਨ ਲਈ ਤੁਹਾਨੂੰ ਇਹ ਮੀਡੀਆ ਬਹੁਤ ਜ਼ਿਆਦਾ ਤੁਹਾਡੀ ਹੈਲਪ ਕਰਦਾ ਹੈ, ਠੀਕ ਹੈ। ਦੈਨ ਕਾਊਂਟਰਿੰਗ ਦ ਹੋਸਟਾਈਲ ਪ੍ਰੋਪੇਗੈਂਡਾ, ਹੁਣ ਜਿਹੜੀ ਇਨਫੋਰਮੇਸ਼ਨ ਏਸਿਮੈਟ੍ਰਿਕ ਵਾਰਫੇਅਰ ਚ ਆਪਾਂ ਕਿ ਹਾਂਜੀ ਇਨਫੋਰਮੇਸ਼ਨ ਮਿਸ ਇਨਫੋਰਮੇਸ਼ਨ ਸਪਰੈਡ ਕੀਤੀ ਜਾਂਦੀ ਹੈ, ਤਾਂ ਉਹਨੂੰ ਮਿਸ ਇਨਫੋਰਮੇਸ਼ਨ ਨੂੰ ਕਾਊਂਟਰ ਕਰਨ ਲਈ ਹੀ ਤੁਹਾਡਾ ਮੀਡੀਆ ਯੂਜ਼ ਆਉਂਦਾ ਹੈ, ਠੀਕ ਹੈ, ਤਾਂ ਤੁਸੀਂ ਉਸ ਚੀਜ਼ ਨੂੰ ਯੂਜ਼ ਕਰ ਸਕਦੇ ਹੋ। ਦੈਨ ਬੂਸਟਿੰਗ ਦ ਮੋਰਲ ਆਫ ਦ ਪੀਪਲ, ਕਿ ਹਾਂਜੀ ਬਾਈ ਸ਼ੋਇੰਗ ਸਮ ਪੋਜ਼ਿਟਿਵ ਨਿਊਜ਼, ਸੋ ਕੈਨ ਬੀ ਦ ਮੋਰਲ ਆਫ ਦ ਜਨਰਲ ਪਬਲਿਕ ਕੈਨ ਬੀ ਬੂਸਟਡ ਆਲਸੋ, ਠੀਕ ਹੈ ਨਾ। ਹੁਣ ਚੈਲੰਜਸ ਕੀ ਹੈ, ਠੀਕ ਹੈ ਨਾ। ਇਨਐਡਵਰਟੈਂਟ ਆਪਰੇਸ਼ਨਲ ਕੰਪਰੋਮਾਈਜ਼ਸ ਆਪਾਂ ਦੇਖੀਏ ਕਿ ਹਾਂਜੀ ਜਦੋਂ 26/11 ਦਾ ਆਪਰੇਸ਼ਨ ਚੱਲ ਰਿਹਾ ਸੀ ਤਾਂ ਪੂਰੇ ਦੀ ਲਾਈਵ ਮੀਡੀਆ ਕਵਰੇਜ ਹੋ ਰਹੀ ਸੀਗੀ, ਐਂਡ ਉਸ ਟਾਈਮ ਤੇ ਜਿਹੜੇ ਉਹ ਟੈਰਰਿਸਟ ਅੰਦਰ ਬੈਠੇ ਸੀਗੇ ਤਾਜ ਹੋਟਲ ਤੇ, ਠੀਕ ਹੈ ਨਾ। ਸੋ ਉਹ ਜਦੋਂ ਉਹ ਮੀਡੀਆ ਇੰਡੀਆ 'ਚ ਦਿਖਾ ਰਿਹਾ ਤਾਂ ਉਹੀ ਮੀਡੀਆ ਪਾਕਿਸਤਾਨ 'ਚ ਵਿੱਚ ਦੇਖਿਆ ਜਾ ਰਿਹਾ, ਉੱਥੇ ਉਹ ਜਿਹੜੇ ਬੇਸਿਕਲੀ ਜਿਹੜੇ ਏਜੰਸੀਜ਼ ਨੇ ਉਹਨਾਂ ਨੂੰ ਉਹ ਸਾਰਾ ਕੋਆਰਡੀਨੇਟ ਕਰ ਰਹੇ ਸੀ, ਉਹ ਆਪਣੇ ਟੈਰਰਿਸਟ ਨੂੰ ਦੱਸ ਰਹੇ ਸੀਗੇ ਕਿ ਹਾਂਜੀ ਹੁਣ NIA ਜਿਹੜੇ ਆਪਣੇ ਤੁਹਾਡੇ ਜਿਹੜੇ ਫੋਰਸਿਸ ਨੇ ਤੁਹਾਡੀ ਹੁਣ ਤੁਹਾਡੀ ਛੱਤ ਤੋਂ ਆ ਰਹੀਆਂ ਨੇ, ਨੀਚੇ ਆ ਰਹੇ ਨੇ, ਸੋ ਦਿਸ ਇਜ਼ ਹਾਊ ਯੂ ਹੈਵ ਟੂ ਟੈਕਲ them। ਸੋ ਇਹ ਕਿਤੇ ਨਾ ਕਿਤੇ ਬਹੁਤ ਵੱਡਾ ਲੂਪ ਹੋਲ ਰਿਹਾ ਸੀਗਾ ਆਪਣਾ। ਸੋ ਦਿਸ ਇਜ਼ ਹਾਊ, ਤਾਂ ਹੀ ਹੁਣ ਰੀਸੈਂਟਲੀ ਕੀ ਹੋਇਆ ਸੀ ਆਪਰੇਸ਼ਨ ਸਿੰਦੂਰ ਵੇਲੇ, ਜਿਹੜੀ ਤੁਹਾਡੇ ਮੀਡੀਆ ਹਾਊਸਿਸ ਨੂੰ ਸਪੈਸ਼ਲੀ ਬੋਲਿਆ ਗਿਆ ਸੀ ਕਿ ਹਾਂਜੀ ਜਿਹੜੀ ਆਪਣੀ ਡਿਫੈਂਸ ਫੋਰਸਿਸ ਦੀ ਮੂਵਮੈਂਟ ਹੈ ਤੁਸੀਂ ਉਹ ਨਹੀਂ ਸ਼ੋ ਕਰਨੀ, ਆਪਣੇ ਉਹਦੀ ਕੋਈ ਵੀ ਲਾਈਵ ਕਵਰੇਜ ਨਹੀਂ ਹੋਣੀ ਚਾਹੀਦੀ ਹੈ, ਠੀਕ ਹੈ ਨਾ, ਜੋ ਕਿ ਡਿਫੈਂਸ ਫੋਰਸਿਸ ਦੀ ਮੂਵਮੈਂਟ ਦੇ ਉੱਪਰ, ਠੀਕ ਹੈ ਨਾ,
ਕਿਹੜਾ ਆਪਰੇਸ਼ਨ ਅੰਡਰਟੇਕ ਕਰ ਰਹੇ ਹੋ, ਕਿੱਥੋਂ ਤੋਂ ਕਿੱਥੇ ਜਾ ਰਹੇ ਹੋ, ਉਹਦੀ ਕੋਈ ਵੀ ਮੀਡੀਆ ਕਵਰੇਜ ਨਹੀਂ ਹੋਣੀ ਚਾਹੀਦੀ। ਉਹ ਇਸੇ ਕਰਕੇ ਬੋਲਿਆ ਗਿਆ ਸੀਗਾ, ਠੀਕ ਹੈ ਨਾ। ਸੋ ਯੂ ਕੈਨ ਲਿੰਕ ਦੀ ਕਰੰਟ ਜਿਹੜੇ ਤੁਹਾਡੇ ਕੋਲ ਇਵੈਂਟਸ ਹੋਣ, ਤੁਸੀਂ ਉਹਨੂੰ ਇਦਾਂ ਲਿੰਕ ਕਰ ਸਕਦੇ ਹੋ, ਓਕੇ। ਜਿਵੇਂ ਲਾਈਵ ਟੈਲੀਵਿਜ਼ਨ ਕਵਰੇਜ ਹੋਈ ਸੀਗੀ। ਦੈਨ ਪਲੇਟਫਾਰਮ ਫॉर ਰੈਡੀਕਲਾਈਜੇਸ਼ਨ ਐਂਡ ਪ੍ਰੋਪਾਗੈਂਡਾ, ਆਈਸੀਸ ਦਾ ਬਹੁਤ ਵੱਡਾ ਐਗਜ਼ਾਮਪਲ ਸੀਗਾ। ਇੰਡੀਆ ਦੇ ਵਿੱਚ ਵੀ ਹੁਣ ਜੰਮੂ ਕਸ਼ਮੀਰ ਦੇ ਵਿੱਚ ਇਹੀ ਤਾਂ ਹੋ ਰਿਹਾ ਹੈ, ਠੀਕ ਹੈ ਨਾ। ਦੈਨ ਐਂਪਲੀਫਿਕੇਸ਼ਨ ਆਫ ਡਿਸਇਨਫੋਰਮੇਸ਼ਨ, ਉਹੀ ਹੈ ਕਿ ਮੁਜ਼ੱਫਰਨਗਰ ਰਾਈਟ ਦੀ ਆਪਾਂ ਗੱਲ ਕਰਦੇ ਹਾਂ, ਠੀਕ ਹੈ ਨਾ। ਦੈਨ ਨਾਰਥ ਈਸਟ ਦੇ ਵਿੱਚ ਵੀ ਇਦਾਂ ਹੀ ਇਸ਼ੂਜ਼ ਕ੍ਰੀਏਟ ਕੀਤੇ ਜਾਂਦੇ ਨੇ। ਐਂਡ ਇੰਪੈਕਟ ਆਫ ਸਟ੍ਰੈਟੇਜਿਕ ਮੈਸੇਜਿੰਗ, ਠੀਕ ਹੈ ਨਾ। ਸੋ ਦਿਸ ਇਜ਼ ਹਾਊ ਨਾਓ ਹੁਣੇ ਕੀ ਕਿ ਹਾਂਜੀ, ਕਿਉਂਕਿ ਇਹਦੇ ਪੋਜ਼ਿਟਿਵਸ ਵੀ ਨੇ, ਕੁਝ ਨੈਗੇਟਿਵਸ ਨੇ। ਸੋ ਡੈਫੀਨੇਟਲੀ ਵੀ ਨੀਡ ਟੂ ਰਾਈਟ ਅ ਵੇ ਫਾਰਵਰਡ ਕਿ ਹਾਂਜੀ ਕਿਸ ਹੱਦ ਤੱਕ ਮੀਡੀਆ ਨੂੰ ਕੰਟਰੋਲ ਕਰਨ ਦੀ ਜ਼ਰੂਰਤ ਹੈ, ਐਂਡ ਕਿਵੇਂ ਗਵਰਨਮੈਂਟ ਜਿਹੜੇ ਉਹਦੇ ਥ੍ਰੈਟਸ ਨੇ, ਠੀਕ ਹੈ ਨਾ, ਜੋ ਕਿ ਯੂਜ਼ ਕੀਤੇ ਜਾ ਸਕਦੇ ਨੇ, ਵੀਕਨੈਸਿਸ ਨੂੰ ਯੂਜ਼ ਕੀਤਾ ਜਾ ਸਕਦਾ, ਉਹਨੂੰ ਆਪਾਂ ਗਵਰਨਮੈਂਟ ਉਸ ਚੀਜ਼ ਨੂੰ ਕਿਵੇਂ ਕਾਊਂਟਰ ਕਰ ਸਕਦੀ ਹੈ, ਠੀਕ ਹੈ ਨਾ। Then next question ਆਉਂਦਾ ਹੈ ਕਿ explain how the comprehensive security is a significant departure from conventional security paradigm। ਹੁਣ conventional security ਤੋਂ ਜਿਹੜੀ ਆਪਣੀ comprehensive security ਕਿਵੇਂ ਡਿਫਰੈਂਟ ਹੈ, ਉਹਦੇ ਉੱਪਰ ਪੁੱਛਿਆ ਗਿਆ। ਹੁਣ comprehensive security ਕਿਹੜੀ ਹੁੰਦੀ ਹੈ, ਜਿਹੜੀ ਆਪਣੀ ਮਿਲਟਰੀ ਹੁੰਦੀ ਹੈ, ਜਿਹੜੀ ਆਪਣੀ ਪੁਲਿਸ ਫੋਰਸ ਹੁੰਦੀ ਹੈ, ਜੋ ਕਿ ਥ੍ਰੈਟ ਤੁਹਾਡੇ ਸਾਹਮਣੇ, ਤੁਸੀਂ ਉਹਨੂੰ ਕਾਊਂਟਰ ਕਰਨਾ, ਠੀਕ ਹੈ ਨਾ। दैट इज अपनी कन्वेंशनल होंगी है। हुण कॉम्प्रीहेंसिव तो किवें डिफरेंट है, ਉਹਦੇ ਬਾਰੇ ਪੁੱਛਿਆ ਗਿਆ ਕਿਉਂਕਿ ਥ੍ਰੈਟ ਹੁਣ ਬਹੁਤ ਵਾਈਡਨ ਆਊਟ ਹੋ ਚੁੱਕੇ ਨੇ। ਪਹਿਲਾਂ 1970-71 ਦੇ ਜ਼ਮਾਨੇ ਦੇ ਵਿੱਚ ਸਾਈਬਰ ਵਾਰਫੇਅਰ ਨਹੀਂ ਹੁੰਦਾ ਸੀਗਾ, ਉਦੋਂ ਕੰਪਰੀਹੈਂਸਿਵ ਵਾਰ ਹੁੰਦੀ ਸੀ, ਤਾਂ ਕੰਪਰੀਹੈਂਸਿਵ ਵਾਰਫੇਅਰ ਚਾਹੀਦਾ ਹੁੰਦਾ ਸੀ। ਹੁਣ ਸਾਈਬਰ ਵਾਰਫੇਅਰ ਹੈ, ਹੁਣ ਸਪੇਸ ਵਾਰਫੇਅਰ ਹੈ, ਤਾਂ ਯੂ ਨੀਡ ਅ ਕੰਪਰੀਹੈਂਸਿਵ ਵਾਰਫੇਅਰ ਫॉर दैट, ਠੀਕ ਹੈ ਨਾ। ਤੁਹਾਡੀ ਸਟ੍ਰੈਟਜੀ ਵੀ ਉਵੇਂ ਦੀ ਹੋਣੀ ਚਾਹੀਦੀ ਹੈ, ਸੋ ਤੁਸੀਂ ਉਹਦੇ ਬਾਰੇ ਲਿਖਣਾ ਹੈ, ਠੀਕ ਹੈ ਨਾ। ਸੋ ਇਟ ਇਜ਼ ਅ ਬ੍ਰॉडर ਹਿਊਮਨ ਸੈਂਟਰਿਕ ਫੋਕਸ, ਠੀਕ ਹੈ ਜੀ। ਸੋ ਕਿਉਂਕਿ ਹੁਣ ਇੱਥੇ ਨॉन ਮਿलिटरी ਥ੍ਰੈਟ ਨਹੀਂ ਹੈਗਾ, ਤਾਂ ਤੁਸੀਂ ਉਹ ਨॉन ਮਿलिटरीली ਹੀ ਕਾਊਂਟਰ ਕਰਨਾ ਹੈ, ਠੀਕ ਹੈ। सो ਇੱਥੇ it prioritizes human security, ठीक है ना। ऐसे arguing that a state cannot secure if the people are vulnerable। ਤੁਹਾਨੂੰ ਮੈਂ ਹੁਣੀ ਸਾਈਬਰ ਸਿਕਿਉਰਿਟੀ ਦੀ ਗੱਲ ਕੀਤੀ ਹੈ, ਡਿਜੀਟਲ ਥ੍ਰੈਟ ਦੀ ਗੱਲ ਕੀਤੀ ਹੈ। ਸੋ ਇੱਥੇ comprehensive security framework ਆਊਗਾ, ਠੀਕ ਹੈ। ट्रांसनैशनल चैलेंजेस, ठीक है ना, जो कि किसी एक कंट्री नाल इन्वॉल्व नहीं है, ट्रांसनैशनल है, बियॉन्ड बॉर्डर्स होंदे ने। अगेन दैट विल कम हियर। एंड इंटर एजेंसी अप्रोच, ठीक है ना, इत्थे मल्टीपल एजेंसीज आउंदे ने, ते जे इत्थे तुहाडा हुण जिहड़ा वाइल्ड लाइफ ट्रैफिकिंग है वो भी इहदा पार्ट होगा, ठीक है। सो हमेशा सिक्योरिटी नाल मिनिस्ट्री ऑफ होम अफेयर्स नहीं इन्वॉल्व हुंदी है, एनवायरमेंटल मिनिस्ट्री भी इत्थे आऊगी, ठीक है ना, ये भी इत्थे आऊगी, एक्सटर्नल अफेयर मिनिस्ट्री भी इत्थे आऊगी, क्योंकि तुहानूं डिप्लोमैटिकली डील करना है, ठीक है ना। रेड कॉर्नर नोटिस होंगे ने जिहड़े, उन्हां नाल तुम डील करना है। सो मल्टीपल एजेंसीज इन्वॉल्वमेंट होंदी है, ओके। So in summary, a comprehensive security is a paradigm shift that demands a more integrated, proactive and an inclusive approach to national resilience, moving beyond pure military dominance to address the root cause of instability, ठीक है जी। So that's all for today। ਆਪਾਂ ਦੇਖੀਏ ਤਾਂ ਆਪਾਂ 2 ਸਾਲਾਂ ਦੇ ਜਿਹੜੇ ਆਪਣੇ ਕਰੰਟ ਅਫੇਅਰ ਆਪਣੇ PYQ ਸੀਗੇ ਉਹ ਆਪਾਂ ਕਵਰ ਕੀਤੇ, ਜਿਹਦੇ ਵਿੱਚ we have covered the 2014 also and 2018 also, ਠੀਕ ਹੈ ਜੀ। ਨੈਕਸਟ ਕਲਾਸ ਦੇ ਵਿੱਚ we'll be covering the PYQs of 2015 and 2021। so this is how we'll be covering the entire PYQs। ਜੋ ਬੱਚੇ ਕੁਐਸਚਨ ਹੁਣ ਤੱਕ ਪੁੱਛੇ ਗਏ ਨੇ ਨਾ, ਆਪਾਂ ਇੱਕ ਕੁਐਸਚਨ ਡਿਸਕਸ ਕਰ ਰਹੇ ਹਾਂ, ਤਾਂ so that you get an idea ਕਿ ਹਾਂਜੀ ਅਗਰ ਇਦਾਂ ਦੇ ਕੁਐਸਚਨਸ ਪੁੱਛੇ ਜਾਂਦੇ ਨੇ, how you are supposed to approach it, ਠੀਕ ਹੈ ਨਾ। ਇਹਦੇ ਵਿੱਚ ਤੁਹਾਡਾ ਹੁਣ ਐਗਜ਼ਾਮਪਲ ਰੀਸੈਂਟ ਹੋਣੇ ਜ਼ਰੂਰੀ ਨੇ, ਠੀਕ ਹੈ ਨਾ। 1999 ਦਾ ਤੁਸੀਂ ਕੋਈ ਐਗਜ਼ਾਮਪਲ ਲਿਖ ਕੇ ਆਓਗੇ ਤਾਂ that is not going to fetch you marks। You need very recent examples beyond 23। 2023 ਤੋਂ ਬਾਅਦ ਵਾਲੇ ਐਗਜ਼ਾਮਪਲ ਚਾਹੀਦੇ ਨੇ ਤੁਹਾਨੂੰ ਆਪਣੇ ਆਨਸਰਸ ਦੇ ਵਿੱਚ ਕੋਟ ਕਰਨ ਲਈ, ਠੀਕ ਹੈ ਨਾ। ਓਨਲੀ ਦੈਨ ਯੂ ਕੈਨ ਐਕਸਪੈਕਟ ਕਿ ਹਾਂਜੀ ਤੁਹਾਨੂੰ ਵਧੀਆ ਨੰਬਰ ਮਿਲਣਗੇ, ਠੀਕ ਹੈ ਜੀ, ਠੀਕ ਹੈ ਨਾ। ਸੋ ਔਨ ਦੈਟ ਨੋਟ ਸਿਵਲ ਸਟਾਫ ਤੁਹਾਡੀ ਮੇਨਸ ਪ੍ਰੈਪਰੇਸ਼ਨ ਲਈ ਪ੍ਰੈਪਰੇਸ਼ਨ ਬੰਡਲ ਲੈ ਕੇ ਆਇਆ, ਜਿਹਦੇ ਵਿੱਚ ਤੁਹਾਨੂੰ ਜਿਹੜੇ ਸਟੂਡੈਂਟਸ ਨੇ ਜਿਨ੍ਹਾਂ ਨੂੰ ਲੱਗਦਾ ਕਿ ਨਹੀਂ ਸਾਡਾ ਕੰਟੈਂਟ ਪ੍ਰਿਪੇਅਰ ਨਹੀਂ ਹੈਗਾ, ਵੀ ਨੀਡ ਅਪਡੇਟਡ ਕੰਟੈਂਟ, ਸੋ ਉਹਦੇ ਲਈ ਉਹਨਾਂ ਸਟੂਡੈਂਟਸ ਲਈ ਕ੍ਰੈਸ਼ ਕੋਰਸ ਲਾਂਚ ਕੀਤਾ ਜਾ ਰਿਹਾ ਹੈ, ਠੀਕ ਹੈ ਜੀ। ਐਂਡ ਫॉर ਦੋਜ਼ ਸਟੂਡੈਂਟਸ ਹੂ ਆਰ ਆਪ ਕਹਿੰਦੇ ਕੌਨਫੀਡੈਂਟ ਅਬਾਊਟ देयर ਕੰਟੈਂਟ ਕਿ ਨਹੀਂ ਵੀ ਹੈਵ ਦ ਕੰਟੈਂਟ, ਅਸੀਂ ਪੜਿਆ ਹੋਇਆ ਹੈ, ਸਾਡੇ ਕੋਲ ਸਭ ਕੁਝ ਹੈ, ਬਸ ਸਾਨੂੰ ਪ੍ਰੈਕਟਿਸ ਚਾਹੀਦੀ ਹੈ ਇਨ ਦ ਫਾਰਮ ਆਫ ਟੈਸਟ ਸੀਰੀਜ਼। ਸੋ ਉਹਨਾਂ ਲਈ ਟੈਸਟ ਸੀਰੀਜ਼ ਵੀ ਹੈ। ਐਂਡ ਸਮ ਆਫ ਦ ਸਟੂਡੈਂਟਸ ਐਂਡ ਫॉर ਦੋਜ਼ ਹੂ ਨੀਡ ਬੋਥ ਕਿ ਨਹੀਂ ਵੀ ਨੀਡ ਕੰਟੈਂਟ ਚਾਹੀਦਾ, ਜਦ ਸਾਨੂੰ ਟੈਸਟ ਸੀਰੀਜ਼ ਵੀ ਚਾਹੀਦੀ ਹੈ, ਬਿਕੋਜ਼ ਕੰਟੈਂਟ ਤੁਹਾਡਾ ਖਤਮ ਹੋ ਜਾਣਾ ਛੇਤੀ, ਫਿਰ ਤੁਸੀਂ ਪ੍ਰੈਕਟਿਸ ਵੀ ਕਰਨੀ ਹੈ। ਸੋ ਉਹਨਾਂ ਲਈ ਵੀ ਹੈਵ ਗॉट ਦਿਸ ਕੰਬੋ ਕੋਰਸ ਆਲਸੋ, ਜਿਹਦੇ ਵਿੱਚ ਟੈਸਟ ਸੀਰੀਜ਼ ਐਂਡ ਮੇਨ ਆਪਣੀ ਕ੍ਰੈਸ਼ ਕੋਰਸ ਦੋਨੋਂ ਹੀ ਕਵਰ ਹੁੰਦੇ ਨੇ। ਸੋ ਆਲ ਦੋ ਸਟੂਡੈਂਟ ਜਿਨ੍ਹਾਂ ਨੂੰ ਲੱਗਦਾ ਕਿ ਹਾਂਜੀ ਵੀ ਨੀਡ ਸੱਚ ਸਰਵਿਸਿਜ਼, ਤਾਂ ਆਪਣੇ ਨੀਚੇ ਆ ਵਾਲੇ ਨੰਬਰ ਤੇ ਤੁਸੀਂ ਫੋਨ ਕਰਕੇ ਆਪਣੇ ਸਲॉट ਬੁੱਕ ਕਰ ਸਕਦੇ ਹੋ 9056723751, ठीक है जी। सो आई होप ਤੁਹਾਨੂੰ ਅੱਜ ਦੀ ਕਲਾਸ ਵਧੀਆ ਲੱਗੀ ਹੈ। ਸੋ ਯੂ ਹੈਵ ਗੈਟ ਐਨ ਆਈਡੀਆ ਕਿ ਹਾਊ ਯੂ ਆਰ ਸਪੋਜ਼ ਟੂ ਸਟਰਕਚਰ ਯਰ ਆਨਸਰਸ ਆਫ ਇੰਟਰਨਲ ਸਿਕਿਉਰਿਟੀ, ਠੀਕ ਹੈ ਨਾ। ਸੋ ਅੱਜ ਦਾ ਆਪਾਂ 2014 ਤੇ 18 ਦੇ ਪੇਪਰ ਡਿਸਕਸ ਕੀਤੇ ਸੀਗੇ, 15 ਤੇ 21 ਦਾ ਆਪਾਂ ਪੇਪਰ ਨੈਕਸਟ ਕਲਾਸ 'ਚ ਡਿਸਕਸ ਕਰਾਂਗੇ। ਸੋ ਟਿਲ ਦੈਨ ਕੀਪ ਸਟੱਡਿੰਗ ਐਂਡ ਸਟੇ ਹੈਲਦੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ।